ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ, ਯੂਕੇ ਅਤੇ ਦੂਸਰੇ ਦੇਸ਼ਾਂ ਵਿੱਚ ਲੋਟਸ ਟੈਲੀਵਿਜ਼ਨ ਨੂੰ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਸਥਾਪਿਤ ਕੀਤੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਫਕੀਰ ਚੰਦ ਚੌਹਾਨ ਅਤੇ ਸ਼੍ਰੀਮਤੀ ਗੁਰਦੇਵੋ ਚੌਹਾਨ ਜੀ ਦੇ ਪਰਿਵਾਰ ਵੱਲੋਂ ਆਪਣੇ ਪੋਤੇ ਪ੍ਰਬੋਧ ਚੌਹਾਨ ਅਤੇ ਅਨੀਤਾ ਚੌਹਾਨ ਦੇ ਸੁਪੁੱਤਰ ਸੁਨੀਲ ਚੌਹਾਨ ਅਤੇ ਸਲੀਨਾ ਦੇ ਵਿਆਹ ਦੀ ਖੁਸ਼ੀ ਵਿੱਚ ਕਰਵਾਈ ਜਾ ਰਹੀ ਹੈ, ਜੋ 14 ਅਪ੍ਰੈਲ ਨੂੰ ਗ੍ਰੀਸ ਵਿੱਚ ਸੰਪੰਨ ਹੋਈ ਸੀ। ਨਵੀਂ ਜਨਰੇਸ਼ਨ ਦਾ ਸਟੈਂਡ ਚੇਂਜ ਹੋ ਰਿਹਾ ਹੈ ਕਿ ਉਹ ਆਪਣੀ ਸ਼ਾਦੀ ਕਿਸੇ ਦੂਸਰੇ ਦੇਸ਼ ਦੇ ਰਿਜ਼ੋਰਟ ਤੇ ਜਾ ਕੇ ਕਰਵਾਉਣਾ ਪਸੰਦ ਕਰਦੇ ਹਨ। ਕ੍ਰੀਟ ਦੇ ਇਸ ਟਾਪੂ ਤੇ ਸ਼ਾਦੀ ਵਿੱਚ ਸ਼ਾਮਲ ਹੋਣ ਲਈ 62 ਵਿਅਕਤੀ ਇੰਗਲੈਂਡ ਤੋਂ ਗਏ ਸਨ। ਅਸੀਂ ਇਸ ਨਵੀਂ ਜੋੜੀ ਸੁਨੀਲ ਅਤੇ ਸਲੀਨਾ ਨੂੰ ਸ਼ੁਭ ਇਸ਼ਾਵਾ ਦਿੰਦੇ ਹਾਂ। ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਚੌਹਾਨ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਯਾਦ ਰਹੇ, ਸੁਨੀਲ ਚੌਹਾਨ ਮੇਰਾ ਦੋਤਾ ਹੈ। ਮੈਨੂੰ ਮਾਣ ਹੈ ਕਿ ਦੋਨੋਂ ਬੱਚੇ ਪੜ੍ਹੇ ਲਿਖੇ ਹਨ। ਸੁਨੀਲ IT ਐਕਸਪਰਟ ਹੈ ਅਤੇ ਸਲੀਨਾ ਅਕਾਊਂਟੈਂਟ ਹੈ। ਸੋ ਅਸੀਂ ਇਹਨਾਂ ਦੇ ਚੰਗੇ ਫਿਊਚਰ ਦੀ ਕਾਮਨਾ ਕਰਦੇ ਹਾਂ। ਦੁੱਖ ਅਤੇ ਸੁੱਖ ਜ਼ਿੰਦਗੀ ਦੇ ਦੋ ਐਸੇ ਪਹਿਲੂ ਹਨ ਜਿਸ ਤੋਂ ਮੁਨੱਕਰ ਨਹੀਂ ਹੋਇਆ ਜਾ ਸਕਦਾ। ਇਹ ਖਬਰ ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਸਾਡੇ ਬਹੁਤ ਹਰਮਨ ਪਿਆਰੇ ਧਰਮ ਬੰਧੂ ਬਰਮਿੰਘਮ ਤੋਂ ਸੁਰਜੀਤ ਸਿੰਘ ਮਹੇ ਜੀ 13 ਜੂਨ 2022 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ 1939 ਨੂੰ ਮਾਲਪੁਰ ਹੁਸ਼ਿਆਰਪੁਰ ਵਿੱਚ ਮਿਸਟਰ ਅਮੀਚੰਦ ਮਹੇ ਅਤੇ ਮਿਸਿਸ ਗੰਗੀ ਮਹੇ ਦੇ ਘਰ ਹੋਇਆ। 1963 ਵਿੱਚ ਉਹ ਇੰਗਲੈਂਡ ਆਏ ਅਤੇ 3 ਜੂਨ 1973 ਵਿੱਚ ਉਹਨਾਂ ਨੇ ਵੈਸਟ ਬ੍ਰਾਮਿਚ ਟਾਊਨ ਹਾਲ ਵਿੱਚ ਬੁੱਧਿਜ਼ਮ ਅਪਣਾਇਆ। ਉਹ ਡਾਕਟਰ ਅੰਬੇਡਕਰ ਬੁੱਧਿਸਟ ਸੁਸਾਇਟੀ ਬਰਮਿੰਘਮ ਦੇ ਫਾਊਂਡਰ ਮੈਂਬਰ ਸਨ। ਉਹਨਾਂ ਦਾ ਅੰਤਮ ਸੰਸਕਾਰ 7 ਜੁਲਾਈ ਨੂੰ ਹੈ। ਉਹਨਾਂ ਦੀ ਮਿਤਰਕ ਦੇਹ ਦਰਸ਼ਨ ਵਾਸਤੇ ਸਵੇਰੇ 8 ਵਜੇ ਉਹਨਾਂ ਦੇ ਘਰ 6 ਕਾਲਡਰ ਡਰਾਈਵ, ਵਾਲਮਲੇ B76 1YJ ਵਿਖੇ ਆਏਗੀ ਅਤੇ 9:15 AM ਸਟਨ ਕੋਲਡਫੀਲਡ ਕ੍ਰੈਮੀਟੋਰੀਅਮ ਰੈਕਟਰੀ ਰੋਡ B75 7RP ਅੰਤਮ ਸੰਸਕਾਰ ਹੋਏਗਾ। 11 ਵਜੇ ਬੁੱਧਾ ਵਿਹਾਰਾ ਵਟ ਮਹਾਥੈਟ ਕਿੰਗਸ ਬ੍ਰਮਲੇ ਬੁੱਧਿਸਟ ਟੈਂਪਲ ਈਸਟਫੀਲਡ ਹਾਊਸ ਐਲਰੇਵਾਸ ਰੋਡ ਬਰਟਨ ਔਨ ਟ੍ਰੈਂਟ DE13 7HR ਸਰਵਿਸ ਹੋਵੇਗੀ। ਉਹ ਆਪਣੇ ਪਿੱਛੇ ਆਪਣੀ ਪਤਨੀ ਸੁਰਜੀਤ ਕੌਰ ਮਹੇ ਅਤੇ 6 ਧੀਆਂ ਤੇ 1 ਪੁੱਤਰ ਛੱਡ ਗਏ ਹਨ। ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਅਤੇ ਲੋਟਸ TV ਉਹਨਾਂ ਦੇ ਨਿਰਵਾਣ ਦੀ ਕਾਮਨਾ ਕਰਦੇ ਹਨ ਅਤੇ ਪਰਿਵਾਰ ਨਾਲ ਇਸ ਦੁੱਖ ਭਰੀ ਘੜੀ ਵਿੱਚ ਸ਼ਰੀਕ ਹਨ। ਅੱਜ 26 ਜੂਨ ਬਹੁਜਨ ਸਮਾਜ ਦੇ ਨਾਇਕ ਮਹਾਰਾਜਾ ਸ਼ਾਹੂ ਜੀ ਮਹਾਰਾਜ ਦਾ 148ਵੀਂ ਬਰਸੀ ਹੈ, ਜਨਮ ਦਿਨ ਹੈ। ਔਰ ਅਸੀਂ ਇਸ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਕੋਲਹਾਪੁਰ ਦੇ ਮਹਾਰਾਜਾ, ਜਿਨ੍ਹਾਂ ਨੂੰ ਰੋਇਲ ਰੈਵੋਲਿਊਸ਼ਨਰੀ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, 148ਵੀਂ ਜਯੰਤੀ 26 ਜੂਨ 1874 ਨੂੰ ਉਹਨਾਂ ਦਾ ਜਨਮ ਹੋਇਆ ਸੀ ਅਤੇ ਉਹਨਾਂ ਨੇ 28 ਸਾਲ ਦੇ
शासन काल ते चर्चा जो कि 1894 तो 1922 तक है। इस विषय ते असी अज चर्चा करन जा रहे हाँ। इस चर्चा विच मेरा साथ देण लई बहुत ही बुद्धिमान, जो कि जिस तरह के आप चंगी तरह जानते हो कि जिन्होंने चलदा फिरदा साइक्लोपीडिया के नाम नाल भी जानिया जाता है, फकीर चंद चौहान जी लोटस टैलीविजन के स्टूडियो च हैं। चौहान साहब स्टूडियो विच आप जी का बहुत बहुत स्वागत है। जय भीम जय भारत। चौहान साहब, अज आपां उन्हां दे जन्मदिन ते मेरे मूँह चों गलती नाल एनिवर्सरी निकल गया ही, उन्हां दा अज जन्मदिन है। उन्हां दे जन्मदिन ते उन्हां दी जिंदगी, उन्हां दे कीते होए काम और ਉਹਦੇ ਉੱਤੇ ਅਸੀਂ ਆਪਣੇ जो दर्शक है उन्हां नूं जाणू करवाउणा है। सो मेरा पहला सवाल जो है वो है कि भारत दी गुलामी दा मुख कारण की रहा है, ये वर्णन करोगे पहला? ਭਾਰਤ ਦੇ ਇਤਿਹਾਸ ਨੂੰ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਇੱਕ ਮਹਾਨ ਦੇਸ਼ ਸੀ जी ਇਸ ਦੀ ਮਹਾਨ ਸੰਸਕ੍ਰਿਤੀ ਸੀ। जी ਆਰੀਆ ਨੇ ਆ ਕੇ ਇੱਥੇ ਰਿਗਵੇਦ ਦੀ ਰਚਨਾ ਕਰਕੇ ਵਰਣ ਅਵਸਥਾ ਪੈਦਾ ਕੀਤੀ, जी ਭੇਦਭਾਵ ਪੈਦਾ ਕੀਤਾ जी ਔਰ ਇਹ ਮੁਲਕ ਗੁਲਾਮ ਹੁੰਦਾ ਗਿਆ। जी ਪਰ ਫਿਰ ਚੰਦਰਗੁਪਤ ਮੌਰੀਆ ਨੇ ਜਾਣੀ ਮਤਲਬ ਫਿਰ ਇਹਨੂੰ ਮਤਲਬ ਇੱਕ ਰਾਸ਼ਟਰ ਬਣਾਇਆ जी ਔਰ ਉਹ ਤੁਸੀਂ ਦੇਖੋ ਵੀ ਇਹ ਜਿਹੜੇ ਬ੍ਰਾਹਮਣ ਆ ਇਹ ਸੰਤੁਸ਼ਟ ਨਹੀਂ ਹੋਏ। जी ਉਹਨੇ ਫਿਰ ਉਹਨੂੰ ਉਸ ਰਾਜ ਨੂੰ ਖਤਮ ਕਰ ਦਿੱਤਾ। जी ਸ਼ੰਕਰਾਚਾਰੀਆ ਤੇ ਮਨੂ ਨੇ ਰਲ ਕੇ ਉਹ ਜਿਹੜਾ ਰਾਜ ਆ ਬਾਅਦ ਦੇ ਵਿੱਚ ਬਹੁਤ ਮਨੂਵਾਦੀ ਰਾਜਿਆਂ ਦੇ ਨਾਲ ਵੰਡ ਹੋ ਗਿਆ जी ਔਰ ਬਾਅਦ ਦੇ ਵਿੱਚ ਮੁਗਲ ਆਏ, जी ਉਹ ਵੀ ਇਸ ਅਵਸਥਾ ਕਰਕੇ ਆਏ जी ਕਿਉਂਕਿ ਜਿਹੜਾ ਵਰਣ ਅਵਸਥਾ ਆ ਇਹਦੇ ਨਾਲ ਮੁਲਕ ਕਮਜ਼ੋਰ ਹੁੰਦਾ ਹੈਗਾ। जी ਔਰ ਮੁਗਲਾਂ ਤੋਂ ਬਾਅਦ ਅੰਗਰੇਜ਼ ਆਏ जी ਕਿਉਂਕਿ ਜਿੰਨਾ ਵੀ ਮਤਲਬ ਵੱਖ-ਵੱਖ ਨਾਮਾਂ ਨਾਲ ਇਹ ਜਿਹੜੀ ਸੰਸਕ੍ਰਿਤੀ ਦਾ ਇਹਨੇ ਨਾਂ ਰੱਖਿਆ, जी ਵੈਦਿਕ ਧਰਮ, ਬ੍ਰਾਹਮਣਵਾਦ, ਮਨੂਵਾਦ, ਹਿੰਦੂ ਧਰਮ, ਤਾਂ ਹੁਣ ਹਿੰਦੂਤਵ, जी ਇਹ ਇੱਕੋ ਹੀ ਵਿਚਾਰਧਾਰਾ ਦੇ ਨਾਂ ਆ जी ਕਿਉਂਕਿ ਇਹ ਨਹੀਂ ਮੁਲਕ ਨੂੰ ਗੁਲਾਮ ਹੀ ਕਰਨ ਦਾ ਕਾਰਨ ਬਣਿਆ। जी अच्छा, मुगल वंश के पतन तो बाद भारत की राजनीति ਵਿੱਚ ਕਿਹੜੇ परिवर्तन आए? ਦੇਖੋ ਜਿਸ ਵੇਲੇ ਮੁਗਲਾਂ ਦਾ ਰਾਜ ਸੀ ਭਾਰਤ ਦੇ ਵਿੱਚ, ਉਹਨਾਂ ਦਾ ਜਿਹੜਾ ਰਾਜਾ ਔਰੰਗਜ਼ੇਬ ਸੀ, जी ਔਰੰਗਜ਼ੇਬ ਦੇ ਰਾਜ ਸਮੇਂ ਬਹੁਤ ਵਿਦਰੋਹ ਸ਼ੁਰੂ ਹੋਇਆ ਕਿਉਂਕਿ ਉਹਦਾ ਸ਼ਾਸਨ ਕਾਲ ਡਿਫਰੈਂਟ ਤਰ੍ਹਾਂ ਦਾ ਸੀ। जी ਪਰ ਜਿਹੜਾ ਵਿਦਰੋਹ ਸ਼ੁਰੂ ਹੋਇਆ ਉਹਨਾਂ ਦੇ ਵਿੱਚੋਂ ਸ਼ਿਵਾਜੀ ਮਰਹੱਟਾ ਦਾ ਜਿਹੜਾ ਉਹ ਵਿਦਰੋਹ ਖਾਸ ਇਤਿਹਾਸ ਦੇ ਵਿੱਚ ਆ जी ਕਿਉਂਕਿ ਉਹਨੇ ਬਹੁਤ ਲੜਾਈਆਂ ਲੜੀਆਂ जी ਔਰ ਲੜਾਈਆਂ ਪਾਣੀ ਲਿਆ पानी का गिलास। जी ਉਹ ਜਿਹੜੀਆਂ ਲੜਾਈਆਂ ਲੜੀਆਂ ਉਹਨੂੰ ਜਿੱਤਾਂ ਵੀ ਪ੍ਰਾਪਤ ਹੋਈਆਂ। जी ਯਾਨੀ ਉਹ ਜਿਹੜੀਆਂ ਜਿੱਤਾਂ ਪ੍ਰਾਪਤ ਹੋਈਆਂ ਤਾਂ 1674 ਦੇ ਵਿੱਚ ਉਹਨੇ ਇੱਕ ਰਾਜ ਕਾਇਮ ਕਰ ਲਿਆ, जी ਮਰਾਠਾ ਵੰਸ਼ ਦਾ ਰਾਜ। जी ਪਰ ਇਹ ਦੇਖੋ ਵੀ ਬੜੇ ਦੁੱਖ ਦੀ ਗੱਲ ਆ ਵੀ ਜਿਸ ਵੇਲੇ ਉਹਨੇ ਕਿਹਾ ਕਿ ਮੈਂ ਰਾਜਾ ਬਣਨਾ ਹੈਗਾ, ਪਰ ਉਸ ਵੇਲੇ ਰਸਮ ਕਰਦੀ ਸੀ ਵੀ ਬ੍ਰਾਹਮਣਾਂ ਤੋਂ ਤਾਜਪੋਸ਼ੀ ਕਰਾਈ ਜਾਂਦੀ ਸੀ। जी ਉਹ ਬ੍ਰਾਹਮਣਾਂ ਨੇ ਕਿਹਾ ਵੀ ਤੂੰ ਤਾਂ ਸ਼ੂਦਰ ਆ, जी ਵੀ ਅਸੀਂ ਤੇਰੀ ਇਹ ਕਰਨੀ ਨਹੀਂ ਹੈਗੀ। जी ਪਰ ਉਹ ਬੜੀ ਹੈਰਾਨੀ ਦੀ ਗੱਲ ਹੋਈ, ਉਹਨੇ ਕਿਹਾ ਵੀ ਦੇਖੋ ਅਸੀਂ ਤਾਂ ਕਸ਼ਤਰੀ ਆ, जी ਵੀ ਕਸ਼ਤਰੀ ਲੜਦੇ ਰਹੇ ਆ, ਜੀ ਰਾਜ ਪ੍ਰਾਪਤ ਇੱਥੇ ਮੈਂ ਕਰ। ਤੁਹਾਨੂੰ ਥੋੜਾ ਜਿਹਾ ਇੱਥੇ ਕੱਟਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਬਾਹਲੇ ਸਾਡੇ ਸਮਾਜ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਕਿ ਸ਼ਿਵਾਜੀ ਮਹਾਰਾਜ ਜਿਹੜੇ ਆ ਉਹ ਸਾਡੀ ਕੌਮ ਦੇ ਵਿੱਚੋਂ ਸਨ। ਹਾਂਜੀ 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 ਰਾਈਟ, ਮਤਲਬ ਬਾਲਿਆਂ ਨੂੰ ਇਹ ਪਤਾ ਨਹੀਂ ਹੈਗਾ ਕਿ ਸ਼ਿਵਾਜੀ ਮਰਹੱਟਾ ਜੋ ਸੀਗੇ ਉਹ ਸਾਡੀ ਜਿਹੜੀ ਬਹੁਜਨ ਸਮਾਜ ਜਿਸ ਨੂੰ ਅਸੀਂ ਕਹਿੰਦੇ ਆ, ਉਹ ਬਹੁਜਨ ਸਮਾਜ ਦੇ ਵਿੱਚੋਂ ਸਨ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਲੱਗਣਾ ਚਾਹੀਦਾ ਕਿ ਸ਼ਾਹੂ ਜੀ ਮਰਹੱਟਾ ਦਾ ਸਾਡੇ ਉਸੇ ਵੰਸ਼ ਚੋਂ ਆ, ਲੇਕਿਨ ਜੋ ਸ਼ਿਵਾਜੀ ਮਰਹੱਟਾ ਆ ਉਹ ਬਹੁਜਨ ਸਮਾਜ ਦੇ ਵਿੱਚੋਂ। ਹਾਂਜੀ, ਨਾਓ ਕੈਰੀ ਪਰ ਜਿਸ ਤਰ੍ਹਾਂ ਫਿਰ ਤਾਜਪੋਸ਼ੀ ਦੀ ਜਿਹੜੀ ਗੱਲ ਸੀ ਜੀ, ਕਿਉਂਕਿ ਉਹ ਵਿਚਾਰਵਾਨਾਂ ਨੇ ਕਿਹਾ ਵੀ ਦੇਖੋ ਜ਼ਰੂਰ ਮਤਲਬ ਬ੍ਰਾਹਮਣਾਂ ਨੂੰ ਆਉਣਾ ਚਾਹੀਦਾ ਜੀ, ਪਰ ਉਹ ਵਿਰੋਧ ਕਰ ਰਹੇ ਸੀ ਜੀ, ਪਰ ਫਿਰ ਵੀ ਇੱਕ ਬਨਾਰਸ ਤੋਂ ਬ੍ਰਾਹਮਣ ਆਉਣਾ ਮੰਨਿਆ ਜੀ,
ਉਹਨੇ ਕਿਹਾ ਵੀ ਮੈਂ ਆਉਂਗਾ ਪਰ ਮੇਰਾ ਵਿਰੋਧ ਬਹੁਤ ਹੋ ਰਿਹਾ ਵੀ ਮੈਂ ਆ ਕੇ ਹੱਥ ਦੇ ਗੂਠੇ ਨਾਲ ਨਹੀਂ ਤਿਲਕ ਲਾਉਣਾ, ਜੀ ਪੈਰ ਦੇ ਗੂਠੇ ਨਾਲ ਲਾਉਣਾ। ਜੀ ਔਰ ਤੁਸੀਂ ਦੇਖੋ ਵੀ ਕਿੰਨੀ ਮਾੜੀ ਗੱਲ ਹੈ, ਜੀ ਵੀ ਕਿੰਨਾ ਅਪਮਾਨ ਆ। ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ, ਪਰ ਉਹ ਜਿਹੜੇ ਚੇਤਾਵਨ ਬ੍ਰਾਹਮਣ ਆ ਜੀ ਉਹਨੇ ਕਿਹਾ ਵੀ ਭਮਾ ਤੂੰ ਕਰ ਲਿਆ ਪਰ ਸਾਡੇ ਲਈ ਉਹ ਸ਼ੂਦਰ ਹੈ, ਜੀ ਵੀ ਅਸੀਂ ਉਹਦੇ ਹੱਕ 'ਚ ਨਹੀਂ। ਅਸੀਂ ਚਾਹੁੰਦੇ ਆ ਉਹੀ ਰਾਜੇ ਨੂੰ ਅਸੀਂ ਮਾਨਤਾ ਦੇਵਾਂਗੇ ਜਿਹੜਾ ਆਪਣਾ ਰਾਜ ਮਨੂ ਸਮ੍ਰਿਤੀ ਅਨੁਸਾਰ ਚਲਾਵੇ। ਜੀ ਯਾਨੀ ਉੱਤੋਂ ਹੀ ਇਹ ਜਾਨੀ ਵਿਵਾਦ ਸ਼ੁਰੂ ਰਿਹਾ। ਜੀ ਹਾਂਜੀ ਕਿਉਂਕਿ ਮੈਂ ਸੌਰੀ ਤੁਹਾਨੂੰ ਵਿੱਚੋਂ ਇੰਟਰਰਪਟ ਕੀਤਾ ਸੀ, ਇਸੇ ਕਰਕੇ ਕੀਤਾ ਸੀ, ਤੁਸੀਂ ਗੱਲ ਨੂੰ ਕਲੀਅਰ ਕਰ ਦਿੱਤਾ ਕਿ ਉਹ ਭਾਵੇਂ ਇੱਕ ਜਿਹੜਾ ਬ੍ਰਾਹਮਣ ਆ ਉਹ ਤਿਆਰ ਹੋਇਆ ਸੀਗਾ ਰਾਜ ਤਿਲਕ ਕਰਨ ਵਾਸਤੇ, ਲੇਕਿਨ ਉਹਦੇ ਵਿੱਚ ਵੀ ਉਹਨੇ ਇਹ ਕੰਡੀਸ਼ਨ ਰੱਖੀ ਸੀ ਕਿ ਮੈਂ ਹੱਥ ਦੇ ਗੂਠੇ ਨਾਲ ਤਿਲਕ ਨਹੀਂ ਲਾਉਣਾ, ਪੈਰ ਦੇ ਗੂਠੇ ਨਾਲ ਤਿਲਕ ਜਾਣ ਕੇ ਲਾਉਣਾ। ਇਹੋ ਜਿਹੀ ਸਥਿਤੀ ਸੀ ਉਸ ਟਾਈਮ ਦੇ ਉੱਤੇ। ਅੱਛਾ, ਅੰਗਰੇਜ਼ ਭਾਰਤ ਵਿੱਚ ਆਪਣਾ ਸ਼ਾਸਨ ਸਥਾਪਿਤ ਕਰਨ ਵਿੱਚ ਕਿਵੇਂ ਸਫਲ ਜਾਂ ਕਾਮਯਾਬ ਹੋ ਗਏ, ਵਰਣਨ ਕਰੋ। ਦੇਖੋ ਜਿਸ ਵੇਲੇ ਮੁਗਲਾਂ ਦਾ ਜਿਹੜਾ ਸ਼ਾਸਨ ਸੀਗਾ ਔਰ ਕਈ ਵਿਦਰੋਹ ਹੋਈਆਂ, ਪਰ ਮੁਗਲਾਂ ਦੇ ਸਮੇਂ ਦੇ ਵਿੱਚ ਜਾਣੀ ਜਿਹੜੇ ਅੰਗਰੇਜ਼ ਸੀਗੇ ਜੀ ਇਹਨੇ ਈਸਟ ਇੰਡੀਆ ਕੰਪਨੀ ਬਣਾ ਕੇ ਇਜਾਜ਼ਤ ਲੈ ਲਈ ਸੀ ਵੀ ਅਸੀਂ ਇੰਡੀਆ ਦੇ ਵਿੱਚ ਵਪਾਰ ਕਰਨ ਆਉਣਾ। ਜੀ ਇਹ ਆ ਗਏ ਸਨ। ਜੀ ਪਰ ਉਹ ਜਿਸ ਵੇਲੇ ਅੰਗਰੇਜ਼ ਤਾਂ ਬਹੁਤ ਪੜ੍ਹੇ ਲਿਖੇ ਸਨ ਜੀ ਔਰ ਇਹਨੇ ਜਦ ਆ ਕੇ ਇੱਥੇ ਇੰਡੀਆ ਦੇ ਵਿੱਚ ਦੇਖਿਆ ਵੀ ਇੱਥੇ ਇਕੱਲਾ ਵਪਾਰ ਹੀ ਨਹੀਂ ਕਰਨਾ ਚਾਹੀਦਾ, ਵੀ ਸਾਨੂੰ ਤਾਂ ਰਾਜ ਕਰਨਾ ਚਾਹੀਦਾ। ਜੀ ਔਰ ਉਹਨੇ ਫਿਰ ਜਾਣੀ ਯੋਜਨਾ ਬਣਾਈ ਵੀ ਅਸੀਂ ਇੱਥੇ ਰਾਜ ਕਰਨਾ ਹੈਗਾ। ਔਰ ਉਹਨਾਂ ਨੂੰ ਦੇਖ ਲਿਆ ਵੀ ਇੱਥੇ ਤਾਂ ਸੈਂਕੜੇ ਰਾਜ ਹੈ, ਜੀ ਵੀ ਇਹਨਾਂ ਨੂੰ ਕੱਲਿਆਂ ਨੂੰ ਤਾਂ ਹਰਾਉਣਾ ਬਹੁਤ ਸੌਖਾ। ਜੀ ਔਰ ਉਹਨੇ ਫਿਰ ਜਾਣੀ ਮੇਰੇ ਪਹਿਲਾ ਜਿਹੜਾ ਬੰਗਾਲ ਆ ਜੀ 23 ਜੂਨ 1757 ਨੂੰ ਉਹਨੇ ਉਹ ਜਿੱਤ ਲਿਆ। ਜੀ ਔਰ ਜਿੱਤ ਲਿਆ ਔਰ ਉਹਨੇ ਕਲਕੱਤਾ ਜਿਹੜਾ ਆ ਉਹਨੇ ਕਿਹਾ ਵੀ ਜਿਹੜਾ ਹੁਣ ਅਸੀਂ ਇੱਥੇ ਸ਼ਾਸਨ ਕਰਨਾ, ਸਾਡੀ ਕੈਪੀਟਲ ਕਲਕੱਤਾ ਹੋ। ਜੀ ਔਰ ਉੱਥੇ ਉਹ ਜਿੱਤਾਂ ਲਾਪੇ ਪ੍ਰਾਪਤ ਕਰ। ਜੀ ਪਰ ਹੁਣ ਤੁਸੀਂ ਦੇਖੋ ਵੀ ਉਹਨੇ ਜਾਣੀ ਜਦ ਦੇਖਿਆ ਵੀ ਇਹਨਾਂ ਦੀਆਂ ਤਾਂ ਰਾਜਿਆਂ ਦੀਆਂ ਫੌਜਾਂ ਹੀ ਬਹੁਤ ਕਮਜ਼ੋਰ ਆ, ਜੀ ਵੀ ਇਹ ਸਿਰਫ ਕਸ਼ਤਰੀਆਂ ਨੂੰ ਭਰਤੀ ਕਰਦੇ ਆ। ਜੀ ਉਹਨੇ ਕਿਹਾ ਵੀ ਅਸੀਂ ਸਾਰਿਆਂ ਨੂੰ ਕਰਨਾ ਭਰਤੀ, ਜੀ ਜਿਨ੍ਹਾਂ ਨੂੰ ਹਨਾ ਇਹ ਕਹਿੰਦੇ ਸੀਗੇ ਵੀ ਇਹ ਜਿਹੜੇ ਲੋਕ ਆ ਨਾਨ ਮਾਰਸ਼ਲ ਆ, ਜੀ ਜਿੱਦਾਂ ਹੁਣ ਮਹਾਰ ਸੀਗੇ ਹੋਰ ਸੀ, ਉਹਨਾਂ ਨੂੰ ਤਾਂ ਭਰਤੀ ਨਹੀਂ ਸੀ ਕਰਦੇ। ਜੀ ਪਰ ਅੰਗਰੇਜ਼ਾਂ ਨੇ ਕਿਹਾ ਵੀ ਜਿੱਦਾਂ ਅਸੀਂ ਇੰਗਲੈਂਡ 'ਚ ਕਰਦੇ ਅਸੀਂ ਉੱਦਾਂ ਹੀ ਕਰਨੀ। ਜੀ ਔਰ ਫਿਰ ਇਹਨਾਂ ਦੀ ਆਰਮੀ ਬਹੁਤ ਸਟਰੋਂਗ ਹੋ ਗਈ। ਜੀ ਫਿਰ ਉਹ ਜਿਹੜੇ ਬਹੁਤੇ ਤਾਂ ਰਾਜੇ ਜਾਣੀ ਉੱਦਾਂ ਹੀ ਸਹਿਮਤ ਹੋ ਗਏ ਵੀ ਤੁਸੀਂ ਸਾਡੇ ਤੇ ਰਾਜ ਕਰ ਸਕਦੇ ਆ। ਜੀ ਪਰ ਜਿਸ ਤਰ੍ਹਾਂ ਵੀ ਇਹ ਜਿਹੜਾ ਕਈ ਰਾਜੇ ਨਹੀਂ ਸੀ ਮੰਨਦੇ, ਉਹਨਾਂ ਨੂੰ ਫਿਰ ਲੜਾਈਆਂ ਲੜੀਆਂ। ਜੀ ਜਿੱਦਾਂ ਪੇਸ਼ਵਾ ਦਾ ਰਾਜਾ ਸੀ ਬਾਜੀ ਰਾਓ, ਜੀ ਉਹ ਫਿਰ ਲੜਾਈ ਲੜੀ ਜਾਣੀ ਮਤਲਬ ਪਹਿਲੀ ਜਨਵਰੀ 1818 ਨੂੰ ਜੀ ਉਹ ਜਿੱਤੀ। ਜੀ। ਹੋਰ ਵੀ ਜਿੱਤਦੇ ਰਹੇ ਜੀ ਪਰ ਜਾਣੀ ਉਹਨੇ ਜਿੱਤਦੇ ਅਖੀਰ ਜਾਣੀ 1849 ਚ ਜੀ ਉਹਨੇ ਜਾਣੀ ਮਤਲਬ ਪੰਜਾਬ ਵੀ ਜਿੱਤ ਲਿਆ। ਜੀ ਔਰ ਬਾਅਦ ਦੇ ਵਿੱਚ ਜਿਹੜੇ ਰਾਜੇ ਕਈ ਜਿਹੜੇ ਫਿਰ ਵਿਦਰੋਹ ਵੀ ਹੋਇਆ 1857 ਚ, ਜੀ ਪਰ ਉਹਨਾਂ ਨੂੰ ਵੀ ਹਰਾ ਦਿੱਤਾ। ਜੀ ਫਿਰ ਜਾਣੀ 1858 ਚ ਇਹਨੇ ਕਾਨੂੰਨ ਬਣਾ ਕੇ ਜਾਣੀ ਇਹ ਕਿਹਾ ਵੀ ਹੁਣ ਅਸੀਂ ਈਸਟ ਇੰਡੀਆ ਕੰਪਨੀ ਨੂੰ ਅਲੱਗ ਕਰ ਰਹੇ ਹਾਂ ਔਰ ਸਿੱਧਾ ਸ਼ਾਸਨ ਸ਼ੁਰੂ ਕਰ ਦਿੱਤਾ। ਜੀ ਔਰ ਫਿਰ ਜਿੱਦਾਂ ਇੱਥੇ ਰਾਜ ਚੱਲਦਾ ਇੱਦਾਂ ਹੀ ਸ਼ੁਰੂ ਹੋ ਗਿਆ। ਔਰ ਪਹਿਲਾ ਸੈਂਸਸ ਉਹਨੇ 1861 ਚ ਇੰਡੀਆ 'ਚ ਸ਼ੁਰੂ ਕੀਤਾ, ਜੀ। ਜਿੱਦਾਂ ਇੱਥੇ ਸੀ, ਜੀ ਕਿਉਂਕਿ ਸ਼ਾਸਨ ਸ਼ੁਰੂ ਹੋ ਗਿਆ। ਜੀ ਅੱਛਾ, ਭਾਰਤ ਵਿੱਚ ਅੰਗਰੇਜ਼ ਸ਼ਾਸਨ ਦੌਰਾਨ ਕਿਹੜੀ ਸੰਸਕ੍ਰਿਤਿਕ ਕਲਚਰਲ ਰਿਵੋਲਟ ਜਿਹੜਾ ਵਿਦਰੋਹ ਦੀ ਸ਼ੁਰੂਆਤ ਹੋਈ, ਇਹਦੇ ਬਾਰੇ ਵਰਣਨ ਕਰੋਗੇ? ਕਿਉਂਕਿ ਦੇਖੋ ਜਿਸ ਵੇਲੇ ਅੰਗਰੇਜ਼ ਉੱਥੇ ਚਲੇ ਗਿਆ ਨਾਲ ਅੰਗਰੇਜ਼ੀ ਜ਼ਬਾਨ ਵੀ ਚਲੇ ਗਈ। ਜੀ ਔਰ ਇਹਨੀ ਉਹ ਪਹਿਲਾਂ ਉੱਥੇ ਜਿਹੜੀ ਮਤਲਬ ਹੈ ਫਾਰਸੀ ਸੀਗੀ ਮੁਗਲਾਂ ਦੇ ਵੇਲੇ, ਜੀ ਫਿਰ ਉਹ ਜਿਹੜੀ ਅੰਗਰੇਜ਼ੀ ਆ ਗਈ, ਫਿਰ ਜਾਣੀ ਉੱਥੇ ਯੂਨੀਵਰਸਿਟੀਆਂ ਵੀ ਲੱਪੇ ਖੋਲ੍ਹਣ। ਜੀ ਜਾਣੀ 1857 ਦੇ ਵਿੱਚ 3 ਯੂਨੀਵਰਸਿਟੀਆਂ ਇੱਕੋ ਹੀ ਟਾਈਮ ਤੇ ਇਹਨੇ ਇਸਟੈਬਲਿਸ਼ ਕੀਤੀਆਂ, ਕਲਕੱਤਾ, ਮਦਰਾਸ ਤੇ ਬੰਬੇ। ਜੀ ਔਰ ਸਕੂਲ ਵੀ ਲੱਪੇ ਖੁੱਲ੍ਹਣ। ਜੀ ਪਰ ਉਹ ਇਹ ਤਾਂ ਚਾਹੁੰਦੇ ਸੀ ਵੀ ਸਾਰੇ ਲੋਕ ਪੜ੍ਹਨ, ਜੀ ਕਿਉਂਕਿ ਇਹ ਨਹੀਂ ਸੀ ਵੀ ਜਿਹੜੀ ਬ੍ਰਾਹਮਣਾਂ ਨਹੀਂ। ਪਰ ਉਹ ਜਿਸ ਵੇਲੇ ਲੋਕਾਂ ਦੇ ਵਿੱਚ ਗਿਆਨ ਗਿਆ ਜੀ ਤਾਂ ਉਹ ਲੋਕ ਪੜ੍ਹਨ ਲੱਗ ਪਏ। ਜੀ ਪਰ ਉਹ ਜਿਹੜੇ ਬ੍ਰਾਹਮਣ ਵਿਰੋਧ ਲੱਗ ਪਏ ਕਰਨ। ਜੀ ਉਹਨੇ ਕਿਹਾ ਵੀ ਅੰਗਰੇਜ਼ ਆ ਕੇ ਰਾਜ ਭਾਵੇਂ ਕਰ ਲੈਣ, ਜੀ ਪਰ ਇਹ ਜਿਹੜਾ ਸਾਡੀ ਸੰਸਕ੍ਰਿਤੀ ਨੂੰ ਉੱਦਾਂ ਹੀ ਰੱਖਣ, ਜੀ ਵੀ ਜਿੱਦਾਂ ਅਸੀਂ ਬ੍ਰਾਹਮਣ ਦਾ ਜੇ ਉਹ ਪੜ੍ਹ ਅਧਿਕਾਰ। ਲਿਖ ਗਏ ਫਿਰ ਤਾਂ ਉਹਨਾਂ ਦਾ ਹਾਂ, ਪਰਦਾ ਖੁੱਲ ਹਾਂ, ਜਾਣਾ। ਹਾਂ। ਜੀ ਜਾਣੀ ਉਹ ਵਿਰੋਧ ਲੱਗ ਪਏ ਕਰ, ਜੀ ਵੀ ਉਹਨੇ ਕਿਹਾ ਵੀ ਦੇਖੋ ਇਹ ਤਾਂ ਇਹ ਨਹੀਂ, ਇਹਨਾਂ ਨੂੰ ਭਰਤੀ ਵੀ ਲੱਗ ਪਏ ਕਰ। ਜੀ ਪਰ ਉਹ ਜਿਸ ਵੇਲੇ ਲੋਕ ਪੜ੍ਹਨ ਲੱਗ ਪਏ ਸੀ ਤਾਂ ਉਹਨੇ ਫਿਰ ਬ੍ਰਾਹਮਣਾਂ ਨੇ ਸੰਗਠਨ ਬਣਾ ਕੇ ਜੀ
ਜਾਣੀ ਅੰਗਰੇਜ਼ਾਂ ਨੂੰ ਕਿਹਾ ਵੀ ਇਹਨਾਂ ਨੂੰ ਕੱਢੋ। ਜੀ ਉਹ ਵੀ ਬੜੇ ਹੈਰਾਨ ਹੋਏ ਵੀ ਜਿਹੜੇ ਪੜ੍ਹਦਿਆਂ ਨੂੰ ਜੇ ਤੁਸੀਂ ਕੱਢਣਾ ਤਾਂ ਮਾੜੀ ਗੱਲ ਆ। ਜੀ ਉਹ ਜੋਤੀਬਾ ਫੂਲੇ ਨੂੰ ਸਕੂਲੋਂ ਕੱਢ ਦਿੱਤਾ ਸੀ। ਜੀ ਉਹ ਕੱਢ ਦਿੱਤਾ ਸੀ ਤਾਂ ਉਹ ਆਪਣੇ ਫਾਦਰ ਦੇ ਨਾਲ ਦੁਕਾਨ ਤੇ ਕੰਮ ਕਰਨ ਲੱਗ ਪਿਆ ਸੀ। ਜੀ ਪਰ ਉਹ ਉਹਨਾਂ ਦੀ ਦੁਕਾਨ ਜਿਹੜੀ ਫੁੱਲਾਂ ਦੀ ਸੀ ਪੂਨੇ ਦੇ ਵਿੱਚ, ਜੀ ਤਾਂ ਉਹ ਬੜੇ ਹੈਰਾਨ ਹੋਏ ਵੀ ਇਹ ਤਾਂ ਹੁਣ ਇੱਥੇ ਕਰਦਾ। ਤਾਂ ਉੱਥੇ ਇੱਕ ਪਾਦਰੀ ਜੀ ਤਾਂ ਇੱਕ ਮੌਲਵੀ ਆਏ ਸੀ। ਜੀ ਉਹਨੇ ਜਾਣੀ ਉਹਨੂੰ ਕਿਹਾ ਵੀ ਜੋਤੀ ਅੱਗੇ ਤਾਂ ਪੜ੍ਹ ਜਾਂਦਾ ਸੀ, ਉਹਨੂੰ ਫਿਰ ਸਾਰੀ ਘਟਨਾ ਦੱਸੀ। ਜੀ ਉਹਨੇ ਕਿਹਾ ਵੀ ਉਹਨੇ ਜੇ ਕੱਢ ਦਿੱਤਾ ਸਕੂਲ ਚੋਂ ਅਸੀਂ ਪੜ੍ਹਾਵਾਂਗੇ ਇਹਨੂੰ। ਜੀ ਉਹ ਜਾਣੀ ਉਹਨੇ ਫਿਰ ਉਹਨੂੰ ਪੜ੍ਹਾਇਆ, ਕ੍ਰਿਸਚੀਅਨ ਸਕੂਲ 'ਚ ਪੜ੍ਹੇ ਹੋਏ? ਮੌਲਵੀ ਨੂੰ ਵੀ ਪੜ੍ਹਾਇਆ, ਜੀ ਮਿਸ਼ਨਰੀ ਸਕੂਲ ਜਿਹੜੇ ਸੀ। ਜੀ ਫਿਰ ਉਹ ਜਿਸ ਵੇਲੇ ਉਹ ਪੜ੍ਹ ਗਿਆ ਤਾਂ ਫਿਰ ਉਹਨੇ ਆਪਣੀ ਪਤਨੀ ਨੂੰ ਪੜ੍ਹਾਇਆ। ਜੀ ਔਰ ਉਹ ਫਿਰ ਜਿਹੜਾ ਜੋਤੀਬਾ ਫੂਲੇ ਆ, ਜਿਹੜੀ ਇਹ ਕਲਚਰਲ ਰਿਵੋਲਟ ਆ, ਜੀ ਉਹਨੇ ਤਾਂ ਉਹਦੀ ਪਤਨੀ ਨੇ ਸ਼ੁਰੂ ਕੀਤੀ। ਜੀ ਉਹਨੇ ਕਿਹਾ ਵੀ ਹੁਣੇ ਸਾਨੂੰ ਗਿਆਨ ਆ ਗਿਆ ਵੀ ਅਸੀਂ ਇਹ ਗਿਆਨ ਵੰਡਣਾ। ਜੀ ਔਰ ਉਹਨੇ ਉਹ 1 ਜਨਵਰੀ 1848 ਨੂੰ ਜਿਹੜਾ ਪੂਨੇ 'ਚ ਪਹਿਲਾ ਜਿਹੜਾ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ। ਜੀ ਉਹ ਜਦ ਐਲਾਨ ਕੀਤਾ ਤਾਂ ਜਾਣੀ ਬਹੁਤ ਵਿਰੋਧ ਹੋਇਆ। ਜੀ ਔਰ ਇੱਥੇ ਤੱਕ ਵੀ ਉਹਨਾਂ ਦੇ ਜਿਹੜਾ ਬਾਪ ਸੀ ਜੋਤੀਬਾ ਫੂਲੇ ਦਾ, ਜੀ ਉਹ ਬ੍ਰਾਹਮਣਾਂ ਦੇ ਕਹੇ ਤੇ ਉਹਨਾਂ ਨੂੰ ਘਰੋਂ ਹੀ ਕਢਵਾ ਦਿੱਤਾ। ਜੀ ਪਰ ਉਹ ਡਟੇ ਰਹੇ। ਜੀ ਜਾਣੀ ਇਹ ਜਿਹੜੀ ਕਲਚਰਲ ਰਿਵੋਲਟ ਆ, ਇਹ 1 ਜਨਵਰੀ 1848 ਨੂੰ ਸਕੂਲ ਖੁੱਲ੍ਹਣ ਨਾਲ ਹੋਈ ਹੈ। ਜੀ ਅੱਛਾ, ਇਹ ਸੰਸਕ੍ਰਿਤਿਕ ਵਿਦਰੋਹ 1874 ਤੱਕ ਕਿਵੇਂ ਅੱਗੇ ਵਧਿਆ? ਕਿਉਂਕਿ ਜਿਹੜੇ ਜੋਤੀਬਾ ਫੂਲੇ ਦਾ ਸਵਿਤਰੀ ਬਾਈ ਫੂਲੇ, ਜੀ ਉਹ ਹੋਰ ਵੀ ਸਕੂਲ ਲੱਗ ਪਏ ਖੁੱਲ੍ਹਣ। ਜੀ ਔਰ ਤੁਸੀਂ ਦੇਖੋ ਵੀ ਨਾਰੀ ਜਾਤੀ ਨੂੰ ਤਾਂ ਬਿਲਕੁਲ ਪੜ੍ਹਨ ਦਾ ਅਧਿਕਾਰ ਹੀ ਨਹੀਂ ਸੀ। ਜੀ ਸਾਰੀ ਦੀ ਸਾਰੀ ਸਮੂਹ ਨਾਰੀ ਵਰਗ ਨੂੰ ਇਹ ਲੋਕ ਕਹਿੰਦੇ ਆ ਵੀ ਉਹ ਸ਼ੂਦਰ ਆ। ਜੀ ਔਰ ਬਾਕੀ ਉਹ ਸਾਰੇ ਜਦ ਪੜ੍ਹਨ ਲੱਗ ਪਏ ਤਾਂ ਉਹ ਫਿਰ ਲੋਕਾਂ ਦੇ ਵਿੱਚ ਗਿਆਨ ਲੱਗ ਪਿਆ। ਜੀ ਔਰ ਫਿਰ ਜਿਹੜੇ ਰਾਜੇ ਵੀ ਸਪੋਰਟ ਲੱਗ ਪਏ ਕਰਨ। ਜੀ ਔਰ ਅੰਗਰੇਜ਼ ਤਾਂ ਜ਼ਿਆਦਾ ਖੁਸ਼ ਹੋਏ। ਜੀ ਉਹ ਕਹਿੰਦੇ ਵੀ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਜਿਹੜੀ ਐਜੂਕੇਸ਼ਨ ਹੈ ਇਹ ਤਾਂ ਹੋਣੀ ਚਾਹੀਦੀ ਹੈ। ਜੀ ਉਹ ਅੰਗਰੇਜ਼ਾਂ ਨੇ ਜਾਣੀ ਬਹੁਤ ਉਹਦੀ ਜੋਤੀਬਾ ਫੂਲੇ ਦੀ ਸ਼ਲਾਘਾ ਕੀਤੀ। ਜੀ ਔਰ ਵੱਡੀ ਤਾਂ ਗੱਲ ਇਹ ਹੈਗੀ ਆ ਵੀ ਉਹ ਜਿਹੜਾ ਜੋਤੀਬਾ ਫੂਲੇ ਉਹ ਨਾਲ ਲੋਕਾਂ ਨੂੰ ਇਹ ਵੀ ਦੱਸਦਾ ਸੀ ਵੀ ਪੜ੍ਹਨ ਦੇ ਨਾਲ ਨਾਲ ਇਤਿਹਾਸ ਨੂੰ ਜਾਣੋ। ਜੀ ਬਈ ਇਹ ਜਿਹੜੇ ਲੋਕਾਂ ਨੇ ਤੁਹਾਨੂੰ ਗੁਲਾਮ ਬਣਾਇਆ, ਇਹ ਬ੍ਰਾਹਮਣ, ਇਹ ਵਿਦੇਸ਼ੀ ਆਰੀਆ ਆ। ਜੀ ਆਪਾਂ ਮੂਲ ਨਿਵਾਸੀ ਆ, ਜੀ ਆਪਾਂ ਬਹੁਜਨ ਆ। ਜੀ ਇਹ ਵੀ ਜਿਹੜੇ ਸ਼ੂਦਰ ਤਾਂ ਅਤੀ ਸ਼ੂਦਰ ਬਣਾਏ ਆ, ਇਹ ਨਹੀਂ ਬਣਾਏ ਆ। ਜੀ ਔਰ ਨਾਲ ਉਹ ਇਹ ਵੀ ਇਹ ਕਹਿੰਦੇ ਸੀਗੇ ਵੀ ਆਪਣੇ ਵਿੱਚੋਂ ਜਿਹੜੀ ਜਾਤੀ ਆ ਉਹ ਖਤਮ ਕਰੋ। ਜੀ ਵੀ ਜਿੱਦਾਂ ਬਹੁਤ ਜਾਤੀਆਂ ਆ, ਵੀ ਸਮਾਜ ਨੂੰ ਜੋੜੋ। ਜੀ ਇਸ ਕਰਕੇ ਜਿਹੜਾ 1874 ਤੱਕ ਇਹ ਜਿਹੜਾ ਮਤਲਬ 1873 ਚ ਉਹਨੇ ਸੱਤਿਆਸ਼ੋਧਕ ਸਮਾਜ ਦੀ ਨਿਰਮਾਣ ਕੀਤਾ ਸੀ। ਜੀ ਉਹ ਵੱਡੀ ਪੱਧਰ ਤੇ ਲਹਿਰ ਚੱਲ ਪਈ ਸੀ ਔਰ 74 ਤੱਕ ਜਾਣੀ ਇਹ ਕਾਫੀ ਸਫਲ ਹੋ ਗਈ ਸੀ। ਜੀ ਹੁਣ ਆਪਾਂ ਆਪਣੇ ਵੱਲ ਆਉਂਦੇ ਹਾਂ। ਸ਼ਾਹੂ ਜੀ ਮਹਾਰਾਜ ਦੇ ਮੁੱਢਲੇ ਜੀਵਨ ਤੇ ਚਾਨਣਾ ਪਾਓਗੇ? ਦੇਖੋ, ਜਿਸ ਤਰ੍ਹਾਂ ਆਪਾਂ ਚਰਚਾ ਹੀ ਕਰ ਰਹੇ ਹਾਂ ਵੀ 26 ਜੂਨ 1874 ਨੂੰ ਜੀ ਉਹਨਾਂ ਦਾ ਕਾਗਲਵਾੜੀ ਏਰੀਆ ਹੈਗਾ ਆ ਕੋਲਹਾਪੁਰ ਦੇ ਵਿੱਚ, ਜੀ ਉੱਥੇ ਉਹਨਾਂ ਦਾ ਜਨਮ ਹੋਇਆ ਸੀ। ਜੀ ਔਰ ਉਹਨਾਂ ਦਾ ਮੁੱਢਲਾ ਨਾਂ ਜਸਵੰਤ ਸੀ। ਜੀ ਉਹਨਾਂ ਦੇ ਪਿਤਾ ਦਾ ਨਾਂ ਜੈ ਸਿੰਘ ਸੀ। ਜੀ ਉਹ ਤੁਸੀਂ ਦੇਖੋ ਵੀ ਉਹ ਜਿਸ ਵੇਲੇ ਉਹ ਬੱਚਾ ਵੱਡਾ ਹੁੰਦਾ ਗਿਆ ਔਰ ਕਾਫੀ ਉਹ ਮਤਲਬ ਸੂਝਵਾਨ ਸੀ। ਜੀ ਪਰ ਉਹ ਇਦਾਂ ਸੀਗੀ ਵੀ 10 ਸਾਲ ਦੀ ਉਮਰ ਦੇ ਵਿੱਚ 1884 ਦੇ ਵਿੱਚ ਜਾਣੀ 1 ਅਪ੍ਰੈਲ ਨੂੰ ਜਿਹੜੀ ਆਨੰਦੀਬਾਈ ਮਹਾਰਾਣੀ ਸੀ ਉਹਨਾਂ ਨੂੰ ਗੋਦ ਲਿਆ। ਜੀ ਜਾਣੀ ਗੋਦ ਲੈ ਕੇ ਫਿਰ ਉਹ ਜ਼ਿਆਦਾ ਪੜ੍ਹਨ ਲੱਗ ਪਿਆ। ਜੀ ਫਿਰ ਉਹਦਾ ਜਿਹੜਾ ਨਾਮ ਵੀ ਜਿਹੜਾ ਜਸਵੰਤ ਤੋਂ ਸ਼ਾਹੂ ਜੀ ਪੈ ਗਿਆ। ਜੀ ਔਰ ਉਹ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀ। ਜੀ ਔਰ ਉਹ ਦੇਖੋ ਵੀ ਉਹ ਮਰਾਠੀ ਜਿਹੜੀ ਉਹਦੀ ਮਦਰ ਟੰਗ ਸੀ, ਫਿਰ ਅੰਗਰੇਜ਼ਾਂ ਦੇ ਜਾਣ ਨਾਲ ਇੰਗਲਿਸ਼ ਵੀ ਸ਼ੁਰੂ ਹੋ ਗਈ। ਜੀ ਫਿਰ ਉਹਦਾ ਵਿਆਹ ਜਾਣੀ 1 ਅਪ੍ਰੈਲ 1891 ਨੂੰ ਉਹ ਬੜੌਦਾ ਦਾ ਗੁਣਾ ਜੀ ਸੀ, ਉਹਦੀ ਲੜਕੀ ਲక్ష్ਮੀ ਬਾਈ ਸੀ, ਜੀ ਉਹਦੇ ਨਾਲ ਵਿਆਹ ਹੋ ਗਿਆ। ਜੀ ਪਰ ਫਿਰ ਉਹ ਜਿਹੜਾ ਰਾਜਾ ਵੀ ਤੁਸੀਂ ਦੇਖੋ ਵੀ 20 ਸਾਲ ਦੀ ਉਮਰ ਦੇ ਵਿੱਚ ਜੀ 2 ਜੁਲਾਈ 1894 ਨੂੰ ਉਹ ਰਾਜਾ ਬਣ ਗਿਆ। ਜੀ ਹਾਂ, ਇਹ ਉੱਥੇ ਤੱਕ ਜਾਣੀ ਹੈ। ਜੀ ਅੱਛਾ, ਉਹਨਾਂ ਨੇ ਆਪਣਾ ਸ਼ਾਸਨ ਕਿਵੇਂ ਸ਼ੁਰੂ ਕੀਤਾ? ਕਿਉਂਕਿ ਦੇਖੋ ਜਿਸ ਵੇਲੇ ਉਹ ਰਾਜਾ ਬਣ ਗਏ ਜੀ ਤਾਂ ਉਹਨਾਂ ਨੂੰ ਜਾਣਨਾ ਪੈਣਾ ਸੀ ਕਿ ਵੀ ਮੇਰੀ ਪਰਜਾ ਕਿਹੜੀ ਹੈ, ਜੀ ਇਹ ਕੋਲਹਾਪੁਰ ਰਾਜ ਕਿੱਡਾ ਗਿਆ। ਜੀ ਕਿਉਂਕਿ ਉਹ ਬਾਕੀਆਂ ਦੀਆਂ ਤਰ੍ਹਾਂ ਨਹੀਂ ਸੀ ਵੀ ਚੁੱਪ ਕਰਕੇ ਬੈਠਣਾ ਵੀ ਜਾਸੀ ਕਰ ਲਓ। ਜੀ ਪਰ ਉਹ ਜਿਹੜੇ ਉਹਦੇ ਸਲਾਹਕਾਰ ਸੀ ਉਹ ਸਾਰੇ ਬ੍ਰਾਹਮਣ ਸੀ। ਜੀ ਜਿਹੜੀ ਉੱਥੇ ਦੀ ਕੌਂਸਲ ਸੀ ਜੀ ਉਹ ਤਾਂ ਚਾਹੁੰਦੇ ਸੀ ਵੀ ਇਹ ਐਸ਼ ਕਰੇ ਵੀ ਅਸੀਂ ਜੋ ਕੁਝ ਕਰਦੇ ਹਾਂ। ਜੀ
ਪਰ ਉਹਨ ਕਿਹਾ ਵੀ ਮੈਂ ਸਾਰੇ ਲੋਕਾਂ ਨਾਲ ਸੰਪਰਕ ਕਰਨਾ। ਜੀ ਉਹ ਜਗ੍ਹਾ ਜਗ੍ਹਾ ਜਾਏ, ਉਹ ਪਰਜਾ ਨੂੰ ਦੇਖਿਆ ਵੀ ਪਰਜਾ ਕਿਹੋ ਜਿਹੀ ਹੈ। ਜੀ ਜਾਣੀ ਉਹਨੇ ਦੇਖਿਆ ਵੀ ਜਿਹੜੇ ਲੋਕ ਆ ਕਿੱਦਾਂ ਵਰਣ ਅਵਸਥਾ ਪੈਦਾ ਹੋ ਜੀ ਆ, ਕਿੱਦਾਂ ਇੱਥੇ ਅਨਪੜ੍ਹਤਾ ਆ, ਜੀ ਵੀ ਬਿਲਕੁਲ ਸਕੂਲ ਨਹੀਂ ਹੈਗੇ, ਹਾਲਤ ਬਹੁਤ ਮਾੜੀ ਆ। ਜੀ ਜਾਣੀ ਉਹ ਕੋਈ ਪਹਿਲੇ ਸਾਲਾਂ 'ਚ ਉਹਨੂੰ ਸਾਰਾ ਉਹ ਦੇਖਿਆ ਜਾਣੀ ਜੀ ਵੀ ਇਹ ਜਿਹੜਾ ਰਾਜ ਹੈ ਕਿਸ ਤਰ੍ਹਾਂ ਚੱਲ ਰਿਹਾ। ਜੀ ਪਰ ਉਹ ਨਾਲ ਦੀ ਨਾਲ ਫਿਰ ਉਹ ਸੰਕਲਪ ਵੀ ਲਿਆ ਉਹਨੇ, ਜੀ ਕਿਉਂਕਿ ਉਹਨੇ ਕਿਹਾ ਕਿ ਮੈਂ ਇਹ ਕੋਲਹਾਪੁਰ ਦੇ ਵਿੱਚ ਜਿਹੜਾ ਬਰਾਬਰੀ ਵਾਲਾ ਸਮਾਜ ਪੈਦਾ ਕਰਨਾ। ਜੀ ਇਹ ਜਿਹੜੇ ਸ਼ੂਦਰ, ਅਤੀ ਸ਼ੂਦਰ ਔਰ ਬ੍ਰਾਹਮਣ ਆ, ਇਹ ਸਾਰੇ ਸਮਾਨ ਹੋਣਗੇ। ਜੀ ਔਰ ਇਹਦੇ ਲਈ ਜਾਣੀ ਉਹਨੇ ਸੰਕਲਪ ਕਰ ਲਿਆ। ਇਹਦੇ ਲਈ ਮੈਂ ਪੁੱਛਦਾ ਕਿ ਕੋਲਹਾਪੁਰ ਸਿਆਸਤ ਦਾ ਸ਼ਾਸਨ ਪ੍ਰਸ਼ਾਸਨ ਕਿਹੋ ਜਿਹਾ ਸੀ? ਉਹੀ ਫਿਰ ਦੇਖੋ, ਜਿਸ ਵੇਲੇ ਉਹ ਰਾਜਾ ਤਾਂ ਬਣ ਗਏ ਸੀ। ਜੀ ਔਰ ਵੱਡੀ ਤਾਂ ਗੱਲ ਆ, ਦੇਖੋ ਵੀ ਜਦ ਉਹਨੇ ਪੜ੍ਹਿਆ ਇਤਿਹਾਸ ਜੀ ਵੀ ਉਹ ਸ਼ਿਵਾਜੀ ਮਰਾਠਾ ਦੇ ਵੰਸ਼ ਚੋਂ ਆ। ਜੀ ਉਹ ਜਿਹੜੀਆਂ ਜਾਤਾਂ ਉਹ ਮਰਾਠਾ ਵੰਸ਼ ਕਹਾਉਂਦੀਆਂ ਸੀ। ਜੀ ਔਰ ਉਹਨਾਂ ਦਾ ਸ਼ਾਸਨ ਪ੍ਰਸ਼ਾਸਨ 'ਚ ਬਿਲਕੁਲ ਕੋਈ ਨਾਮ ਨਿਸ਼ਾਨੇ ਨਹੀਂ ਰਿਹਾ। ਜੀ ਔਰ ਜਿਨ੍ਹਾਂ ਨੂੰ ਅਤੀ ਸ਼ੂਦਰਾ ਕਹਿੰਦੇ, ਉਹ ਤਾਂ ਬਹੁਤ ਉਹਨਾਂ ਦੀ ਬੁਰੀ ਹਾਲਤ ਸੀ। ਜੀ ਜਾਣੀ ਦੀ ਸਾਰੇ ਦਾ ਸਾਰਾ ਸ਼ਾਸਨ ਪ੍ਰਸ਼ਾਸਨ ਜਿਹੜਾ ਉਹ ਬ੍ਰਾਹਮਣਾਂ ਕੋਲ ਸੀ। ਜੀ ਜਾਣੀ ਸਾਰਾ ਉਹ ਨਹੀਂ ਸੀ। ਉਹ ਬੜਾ ਹੈਰਾਨ ਹੋਇਆ ਵੀ ਇਹ ਤਾਂ ਮਤਲਬ ਸਭ ਕੁਝ ਹੀ ਨਹੀਂ, ਇਹ ਤਾਂ ਇੱਕ ਬ੍ਰਾਹਮਣ ਰਾਜ ਹੈ। ਜੀ ਫਿਰ ਨਾਲੇ ਉਹ ਜਦ ਉਹਨੂੰ ਵਿਸਤਾਰ ਨਾਲ ਦੇਖਿਆ ਵੀ ਜਿਹੜਾ ਇਹ ਕੋਲਹਾਪੁਰ ਰਿਆਸਤ ਆ, ਵੀ ਸਾਰਾ ਇੰਡੀਆ ਤੇ ਤਾਂ ਅੰਗਰੇਜ਼ਾਂ ਦਾ ਰਾਜ ਹੈ। ਜੀ ਵੀ ਜਿਹੜੀ ਇਹ ਰਾਣੀ ਤਾਂ ਉਹ ਵਿਕਟੋਰੀਆ ਲੰਡਨ 'ਚ ਹੈ, ਜੀ ਅਸੀਂ ਤਾਂ ਇੱਥੇ ਦੇ ਰਾਜੇ ਹਾਂ। ਜੀ ਵੀ ਸਾਰਾ ਉਹਨੂੰ ਪਤਾ ਲੱਗ ਗਿਆ। ਜੀ ਪਰ ਉਹਨੂੰ ਕਿਹਾ ਵੀ ਮੈਂ ਜ਼ਰੂਰ ਮਤਲਬ ਪਰਿਵਰਤਨ ਕਰਨਾ, ਜੀ ਕਿਉਂਕਿ ਉਹ ਇੱਕ ਤਾਂ ਆਪ ਪੜ੍ਹੇ ਹੋਏ ਸੀ, ਜੀ ਦੂਸਰਾ ਉਹ ਬਿਲਕੁਲ ਅੰਧ ਵਿਸ਼ਵਾਸ 'ਚ ਯਕੀਨ ਨਹੀਂ ਰੱਖਦੇ, ਜੀ ਕਿਉਂਕਿ ਉਹ ਜਾਣੀ ਤਰਕਸ਼ੀਲ ਸੀਗੇ। ਜੀ ਉਹਨੇ ਬਿਲਕੁਲ ਇਹ ਨਹੀਂ ਸੀ ਵੀ ਕਿ ਮੇਰਾ ਰਾਜ ਪਾ ਕਿਸੇ ਦੇ ਕਿਸਮਤ 'ਚ ਲਿਖਿਆ ਹੈ ਜਾਂ ਕਿੱਦਾਂ, ਜੀ ਨਰਕ ਸਵਰਗ ਦੀਆਂ ਗੱਲਾਂ ਉਹ ਮੰਨਦੇ ਹੀ ਨਹੀਂ ਸੀ। ਜੀ ਉਹਨੇ ਕਿਹਾ ਵੀ ਮੈਂ ਆਪਣੇ ਤਰੀਕੇ ਨਾਲ ਮਤਲਬ ਸੰਕਲਪ ਕਰਾਂਗਾ ਔਰ ਮੈਂ ਕੋਲਹਾਪੁਰ ਨੂੰ ਜਾਣੀ ਬਿਲਕੁਲ ਇੱਥੇ ਸਮਾਜਿਕ ਬਰਾਬਰੀ ਲਿਆਵਾਂਗਾ। ਹਾਂਜੀ। ਅੱਛਾ, ਉਹਨਾਂ ਨੂੰ ਕਿਹੜੇ ਮਹਾਨ ਮਾਨਵ ਅਤੇ ਉਹਨਾਂ ਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ, ਇਹਦੇ ਤੇ ਜਾਣਨਾ ਪਾਓਗੇ? ਉਹ ਪੜ੍ਹੇ ਲਿਖੇ ਵਿਅਕਤੀ ਸਨ। ਜੀ ਉਹਨੇ ਇਤਿਹਾਸ ਪੜ੍ਹਿਆ। ਜੀ ਉਹਨੂੰ ਨਹੀਂ ਆ ਜਿਹੜੀ ਕਲਚਰਲ ਰਿਵੋਲਟ ਦੀ ਆਪਾਂ ਗੱਲ ਕਰਦੇ ਆ, ਇਹਨੂੰ ਉਹਨੇ ਬਹੁਤ ਨਗਾਈ ਤੋਂ ਪੜ੍ਹਿਆ, ਜੀ ਕਿਉਂਕਿ ਉਹ ਇਲਾਕਾ ਇੱਕੋ ਹੀ ਆ। ਜੀ ਕਿਉਂਕਿ ਉਹ ਜਿਹੜਾ ਕੋਲਹਾਪੁਰ ਆ, ਬਾਕੀ ਆਲੇ ਦੁਆਲੇ ਦੇ ਇਲਾਕੇ ਆ, ਅੰਗਰੇਜ਼ਾਂ ਨੇ ਵੱਡੇ ਪ੍ਰਾਂਤ ਦਾ ਨਾਮ ਬੰਬੇ ਪ੍ਰੈਜ਼ੀਡੈਂਸੀ ਰੱਖਿਆ ਸੀ। ਜੀ ਔਰ ਇਹਦੇ ਵਿੱਚ ਬਹੁਤ ਰਾਜ ਸੀਗੇ। ਜੀ ਉਹਨਾਂ ਨੂੰ ਫਿਰ ਉਹ ਪੜ੍ਹਨ ਤੋਂ ਪਤਾ ਲੱਗਾ ਵੀ ਇੱਥੇ ਕਿੱਦਾਂ ਵਿੱਦਿਆ ਆਈ ਹੈ, ਜੀ ਇੱਥੇ ਕਿੱਦਾਂ ਮਤਲਬ ਹੈ ਜੋ ਪਰਿਵਰਤਨ ਆਇਆ, ਜੀ ਨਾਰੀ ਜਾਤੀ ਕਿੱਦਾਂ ਪੜ੍ਹੀ, ਬਾਕੀ ਜਾਤੀਆਂ ਕਿੱਦਾਂ ਪੜ੍ਹੀਆਂ। ਉਸ ਵੇਲੇ ਉਹਨੇ ਜੋਤੀਬਾ ਫੂਲੇ ਤੇ ਸਵਿਤਰੀ ਬਾਈ ਫੂਲੇ ਬਾਰੇ ਪੜ੍ਹਿਆ। ਜੀ ਔਰ ਉਹ ਬਿਲਕੁਲ ਜਾਣੀ ਉਹ ਉਹਨਾਂ ਨੂੰ ਸੰਕਲਪ ਕਰ ਲਿਆ ਵੀ ਮੈਂ ਇਹਨਾਂ ਦੀ ਵਿਚਾਰਧਾਰਾ ਤੇ ਜੀ ਪਹਿਰਾ ਦੇਣਾ। ਔਰ ਮਤਲਬ ਉਹਨੇ ਪੜ੍ਹਨ ਤੋਂ ਬਾਅਦ ਉਹ ਪਤਾ ਲੱਗਾ ਉਹਨਾਂ ਦਾ ਵਿਰੋਧ ਕਿਹੜੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਨੇ ਕੀਤਾ ਪਰ ਉਹ ਸਫਲ ਨਹੀਂ ਹੋਏ, ਇਹਦੇ ਤੇ ਜਾਣਨਾ ਕਿਉਂਕਿ ਪਊਗਾ। ਜਿਹੜੇ ਲੋਕ ਸ਼ਾਸਨ ਤਾਂ ਪ੍ਰਸ਼ਾਸਨ ਚਲਾਉਂਦੇ ਸੀ, ਜੀ ਉਹ ਸਾਰੇ ਬ੍ਰਾਹਮਣ ਸਨ। ਜੀ ਉਹ ਤਾਂ ਪਰਿਵਰਤਨ ਚਾਹੁੰਦੇ ਨਹੀਂ ਸੀ, ਜੀ ਕਿਉਂਕਿ ਉਹਨੇ ਸ਼ੁਰੂਆਤ ਤੇ ਕਰ ਲਏ ਵੀ ਅਸੀਂ ਸਹਿਯੋਗ ਨਹੀਂ ਦੇਣਾ। ਜੀ ਪਰ ਉਹ ਰਾਜਾ ਸੀ। ਜੀ ਉਹਨੇ ਕਿਹਾ ਵੀ ਰਾਜਾ ਮੈਂ, ਜੀ ਵੀ ਮੈਂ ਜੋ ਤੁਹਾਨੂੰ ਕਹਾਂਗਾ ਤੁਹਾਨੂੰ ਕਰਨਾ ਪੈਣਾ। ਜੀ ਉਹਨੇ ਕਿਹਾ ਕਿ ਮੈਂ ਸ਼ੁਰੂਆਤ ਕਰ ਲਈ ਆ ਵੀ ਹਰੇਕ ਪਿੰਡ ਦੇ ਵਿੱਚ ਸਕੂਲ ਖੋਲ੍ਹਣਾ, ਜੀ ਉੱਥੇ ਜਿਹੜੇ ਲੋਕ ਅਨਪੜ੍ਹ ਆ ਉਹਨਾਂ ਨੂੰ ਪੜ੍ਹਾਉਣਾ। ਜੀ ਫਿਰ ਨਾਲੇ ਨਾਲ ਉਹਨੇ ਕਿਹਾ ਵੀ ਜਿਹੜੇ ਪੜ੍ਹੀ ਜਾਂਦੇ ਆ ਉਹਨਾਂ ਨੂੰ ਗਾਂ ਨੌਕਰੀਆਂ ਵੀ ਦੇਣੀਆਂ। ਜੀ ਯਾਨੀ ਉਹ ਤੋਂ ਫਿਰ ਸ਼ੁਰੂਆਤ ਹੋ ਗਈ। ਜੀ ਉਹ ਫਿਰ ਜਿਹੜੇ ਲੋਕ ਉਹ ਜਿਹੜੇ ਵਿਰੋਧ ਕਰ ਸਕਦੇ ਸੀ, ਜੇ ਤਾਂ ਉਹ ਡਰ ਜਾਂਦੇ, ਜੀ ਉਹ ਸਮਝਦੇ ਸੀ ਵੀ ਇਹ ਘਬਰਾ ਕੇ ਸਾਡੀ ਗੱਲ ਮੰਨ ਲਊਗਾ ਜੀ ਵੀ ਅਸੀਂ ਕਾਮਯਾਬ ਹੋ ਜਾਵਾਂਗੇ। ਜੀ। ਪਰ ਉਹਨੇ ਕਿਹਾ ਵੀ ਨਹੀਂ, ਜੀ ਵੀ ਮੈਂ ਇਦਾਂ ਸ਼ੁਰੂਆਤ ਕਰਨੀ ਆ। ਉਹ ਫਿਰ ਜਾਣੀ ਮੂਵਮੈਂਟ ਚੱਲ ਪਈ ਜਾਣੀ। ਜੀ ਉਹ ਜਿਹੜੇ ਲੋਕ ਸੀਗੇ ਮਤਲਬ ਸਕੂਲਾਂ 'ਚ ਲੱਗ ਪਿਆ ਜਾਣ ਨਵੇਂ ਸਕੂਲ, ਕਿਉਂਕਿ ਉਹ ਜਿੱਥੇ ਵੀ ਜਾਂਦਾ ਸੀ ਉਹ ਕਹਿੰਦਾ ਸੀ ਵੀ ਸਕੂਲ ਖੋਲ੍ਹੋ। ਫਿਰ ਨਾਲ ਦੀ ਨਾਲ ਸੁਵਿਧਾਵਾਂ ਵੀ ਦਿੰਦੇ ਸੀ ਜੀ ਵੀ ਜਿੱਥੇ ਪਾਣੀ ਦੀ ਲੋੜ ਆ ਉਹ ਉੱਥੇ ਖੂਹ ਵੀ ਬਣਾਉਂਦੇ ਸੀ ਔਰ ਨਾਲ ਸਫਾਈ ਦਾ ਵੀ ਧਿਆਨ ਦਿੰਦੇ ਸੀ। ਫਿਰ ਵੱਡੀ ਤਾਂ ਗੱਲ ਆ ਵੀ ਲੋਕਾਂ ਨੂੰ ਭੈ ਮੁਕਤ ਉਹ ਕਰ ਰਿਹਾ ਸੀ, ਜੀ ਕਿਉਂਕਿ ਪਹਿਲਾਂ ਤਾਂ ਕੋਈ ਬੋਲਦਾ ਹੀ ਨਹੀਂ ਸੀ। ਬਿਲਕੁਲ। ਫਿਰ ਉਹ ਲੋਕਾਂ ਦੇ ਵਿੱਚ ਸਵੈਮਾਨ ਵੀ ਆਉਣ ਲੱਗ ਪਿਆ ਜੀ ਤੇ ਉਹ ਫੇਰ ਜਾਣੀ ਮਤਲਬ ਉਹ ਜਿਹੜੇ ਵਿਰੋਧ ਥੱਲੇ ਦੇ ਲੈਵਲ ਤੇ ਕਰਦੇ ਸੀ ਉਹਨਾਂ ਦੀ ਫਿਰ ਕੋਈ ਚਾਲ ਨਹੀਂ ਚੱਲੀ। Right. ਔਰ ਹਾਂਜੀ।
ਸ਼ਾਹੂ ਜੀ ਮਹਾਰਾਜ ਨੂੰ ਜਨਤਾ ਵੱਲੋਂ ਕਿਵੇਂ ਸਮਰਥਨ ਮਿਲਣ ਲੱਗਾ ਅਤੇ ਉਹਨਾਂ ਦੀ ਸ਼ਲਾਘਾ ਹੋਣ ਲੱਗ ਪਈ, ਇਹਦੇ ਤੇ ਹੋਰ ਥੋੜਾ ਜਿਹਾ ਹੁਣ ਜਾਣਨਾ। ਦੇਖੋ ਵੀ ਜਿਹੜਾ ਪਹਿਲਾਂ ਤਾਂ ਜਿਹੜੇ ਜਦ ਉਹਨੇ ਦੇਖ ਲਿਆ ਸੀਗਾ ਵੀ ਸਾਰੇ ਕੋਲਹਾਪੁਰ ਦੇ ਵਿੱਚ ਜਿਹੜਾ ਬਹੁਜਨ ਸਮਾਜ ਆ ਉਹਦੀ ਤਾਂ ਹਾਲਤ ਹੀ ਬਹੁਤ ਖਰਾਬ ਹੈ ਜੀ ਵੀ ਉਹਨਾਂ ਨੂੰ ਤੁਸੀਂ ਦੇਖੋ ਨਾ ਉਹਨਾਂ ਕੋਲ ਵਿੱਦਿਆ ਆ, ਜੀ ਨਾ ਉਹਨਾਂ ਕੋਲ ਚੰਗੇ ਹਾਲਤ ਆ ਉਹਨਾਂ ਦੇ, ਉਹ ਤਾਂ ਬਹੁਤ ਪਿੱਛੇ ਆ। ਜੀ ਪਰ ਉਹ ਜਿਉਂ-ਜਿਉਂ ਉਹ ਲੋਕ ਪੜ੍ਹਨ ਲੱਗ ਪਏ, ਉਹਨਾਂ ਦੀ ਹਾਲਤ ਚੰਗੀ ਹੋਣ ਲੱਗ ਪਈ, ਫਿਰ ਵੱਡੀ ਤਾਂ ਗੱਲ ਆ ਉਹ ਸ਼ਾਹੂ ਜੀ ਮਹਾਰਾਜ ਮਜ਼ਦੂਰਾਂ ਦੇ ਕੋਲ ਵੀ ਜਾਂਦੇ ਸਨ, ਜੀ ਕਿਸਾਨਾਂ ਕੋਲ ਵੀ ਜਾਂਦੇ ਸਨ। ਜੀ ਹੁਣ ਕਿਸਾਨ ਜਿਹੜੇ ਆ ਪਿੰਡਾਂ ਦੇ ਵਿੱਚ ਦੇਖੋ ਅਨਾਜ ਪੈਦਾ ਕਰਦੇ ਆ, ਜੀ ਬਾਕੀ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਉਸ ਵੇਲੇ। ਜੀ ਉਹ ਸਾਰੇ ਵਰਗ ਉਹਨਾਂ ਦੇ ਨਾਲ ਜੁੜਨ ਲੱਗ ਪਏ ਜੀ ਔਰ ਲੋਕਾਂ ਦੇ ਵਿੱਚ ਜਾਗਰਤੀ ਲੱਗ ਪਈ ਆਉਣ। ਜੀ ਇਸ ਕਰਕੇ ਜਾਣੀ ਉਹ ਲੋਕਾਂ ਦੇ ਵਿੱਚ ਹਰਮਨ ਪਿਆਰੇ ਲੱਗੇ ਹੋ। ਅੱਛਾ, ਉਹਨਾਂ ਨੂੰ ਰਾਜਾ ਦੀ ਥਾਂ ਕਿਵੇਂ ਰਾਜ ਰਿਸ਼ੀ ਕਹਿ ਕੇ ਪੁਕਾਰਿਆ ਜਾਣ ਲੱਗ ਪਿਆ, ਇਹਦੇ ਤੇ ਥੋੜਾ ਜਿਹਾ ਚੱਲਣਾ ਦੇਖੋ ਹੁਣ ਪਹਿਲਾਂ ਦੇਖੋ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਦਾ ਨਾਂ ਸ਼ਾਹੂ ਜੀ ਸੀ, ਜੀ ਫਿਰ ਜਦ ਉਹ ਰਾਜਾ ਬਣ ਗਏ ਤਾਂ ਸ਼ਾਹੂ ਜੀ ਮਹਾਰਾਜ ਲੱਗ ਪਏ ਕਹਿਣ। ਜੀ ਫਿਰ ਉਹ ਲੋਕ ਉਹਨਾਂ ਨੂੰ ਬਹੁਤ ਸਤਿਕਾਰ ਕਰਦੇ ਸੀ, ਜੀ ਜਿੱਦਾਂ ਉਹ ਰਾਜਿਆਂ ਦਾ ਉੱਥੇ ਕਰਦੇ ਆ। ਬਿਲਕੁਲ ਉਹ ਉਹਨਾਂ ਨੂੰ ਕਹਿੰਦੇ ਸੀ ਵੀ ਮੈਂ ਕੋਈ ਵੱਡਾ ਸਤਿਕਾਰ ਨਹੀਂ ਚਾਹੁੰਦਾ, ਜੀ ਜਿੱਦਾਂ ਐਵੇਂ ਬੱਗੀਆਂ ਦੇ ਵਿੱਚ ਲਾਈ ਜਾਓ, ਜੀ ਉਹਨਾਂ ਨੂੰ ਬਹੁਤ ਕਰੋ। ਉਹ ਕਹਿੰਦੇ ਵੀ ਮੈਂ ਬਿਲਕੁਲ ਤੁਹਾਡੇ ਵਰਗਾ, ਜੀ ਮੇਰਾ ਪਰਜਾ ਨਾਲ ਸੰਪਰਕ ਹੈ। ਜੀ ਲੋਕਾਂ ਦੇ ਵਿੱਚ ਬਹਿੰਦੇ ਸੀ, ਤੁਸੀਂ ਦੇਖੋ ਉਹ ਤਾਂ ਲੋਕਾਂ ਦੇ ਵਿੱਚ ਬਹਿ ਕੇ ਖਾਣਾ ਖਾਂਦੇ ਸੀ ਜੀ ਔਰ ਲੋਕਾਂ ਨੂੰ ਵੀ ਕਹਿੰਦੇ ਸੀ ਵੀ ਇਹ ਸਮਾਜ ਦੇ ਵਿੱਚੋਂ ਨਫ਼ਰਤ ਖਤਮ ਕਰੋ। ਜੀ ਔਰ ਫਿਰ ਲੋਕ ਸਮਝਣ ਲੱਗ ਪਏ। ਜੀ ਫਿਰ ਉਹਨੀ ਜਾਣੀ ਉਹ ਸਤਿਕਾਰ ਦੇ ਤੌਰ ਤੇ ਉਹਨਾਂ ਨੂੰ ਫਿਰ ਰਾਜ ਰਿਸ਼ੀ ਦਾ ਇਹ ਜਾਣੀ ਕਹਿਣਾ ਸ਼ੁਰੂ ਕੀਤਾ। ਅੱਛਾ, ਕੋਲਹਾਪੁਰ ਰਿਆਸਤ ਵਿੱਚ ਕਿਵੇਂ ਬਹੁਜਨ ਅੰਦੋਲਨ ਮਜ਼ਬੂਤ ਹੋਣ ਲੱਗਾ, ਇਸ ਦਾ ਪ੍ਰਭਾਵ ਕਿਵੇਂ ਬੰਬੇ ਪ੍ਰੈਜ਼ੀਡੈਂਸੀ ਤੱਕ ਪਹੁੰਚਿਆ? ਕਿਉਂਕਿ ਜਿਹੜਾ ਬੰਬੇ ਪ੍ਰੈਜ਼ੀਡੈਂਸੀ ਇਹ ਅੰਗਰੇਜ਼ਾਂ ਨੇ ਇੱਕ ਬਹੁਤ ਵੱਡਾ ਪ੍ਰਾਂਤ ਬਣਾਇਆ ਸੀ, ਜੀ ਜਿਹੜਾ ਅੱਜ ਦਾ ਮਹਾਰਾਸ਼ਟਰ ਤੇ ਗੁਜਰਾਤ ਆ। ਜੀ ਇਹ ਇੱਕੋ ਹੀ ਸੀ। ਹਾਂ, ਇਹਨੂੰ ਇਕੱਠਾ ਕਰਕੇ ਬਣਾਇਆ ਸੀ, ਤਾਂ ਇਹਦਾ ਹੈੱਡਕੁਆਟਰ ਬੰਬਈ ਸੀ ਜੀ ਔਰ ਉਹਦੇ ਵਿੱਚ ਇਹ ਕੋਲਹਾਪੁਰ ਰਿਆਸਤ ਸੀਗੀ। ਜੀ ਉਹ ਜਿਸ ਵੇਲੇ ਬਾਕੀ ਪਤਾ ਲੱਗਣ ਵੀ ਇਹ ਜਿਹੜਾ ਸ਼ਾਹੂ ਜੀ ਆ ਉਹ ਤਾਂ ਕੋਲਹਾਪੁਰ ਦਾ ਰਾਜਾ ਬਣ ਕੇ ਵੀ ਉਹ ਤਾਂ ਕੰਮੇ ਹੀ ਬਹੁਤ ਕਰ ਰਿਹਾ, ਜੀ ਵੀ ਸਾਡੇ ਰਾਜੇ ਤਾਂ ਕੁਝ ਵੀ ਨਹੀਂ ਕਰਦੇ। ਜੀ ਉਹ ਫਿਰ ਜਾਣੀ ਲੋਕ ਧੁੰਮਾਂ ਪੈ ਗਈਆਂ ਵੀ ਉਹਦੇ ਕੰਮ ਦੀਆਂ। ਜੀ ਇਸ ਕਰਕੇ ਫਿਰ ਉਹ ਜਿਹੜਾ ਉਹਨਾਂ ਦਾ ਜਿਹੜੀ ਖਬਰ ਜਾਂ ਬਾਕੀ ਜਗ੍ਹਾ ਵੀ ਜਿਹੜੇ ਲੋਕ ਰਹਿੰਦੇ ਸੀ ਜੀ ਬਹੁਜਨ ਬਾਕੀ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ, ਉਹ ਵੀ ਕਹਿਣ ਲੱਗ ਪਏ ਆਪਣੇ ਰਾਜਿਆਂ ਨੂੰ ਵੀ ਉੱਦਾਂ ਹੋਣਾ ਚਾਹੀਦਾ ਜੀ ਜਿੱਦਾਂ ਕੋਲਹਾਪੁਰ 'ਚ ਹੁੰਦਾ, ਜੀ ਵੀ ਉੱਥੇ ਤਾਂ ਬਹੁਤ ਲੋਕਾਂ ਨੂੰ ਅਧਿਕਾਰ ਮਿਲ ਗਿਆ, ਇੰਨੇ ਸਕੂਲ ਖੁੱਲ੍ਹ ਰਹੇ ਆ, ਇੰਨੇ ਮਤਲਬ ਹੋਸਟਲ ਖੁੱਲ੍ਹ ਰਹੇ ਆ, ਕਿਉਂਕਿ ਉਹ ਸਕੂਲਾਂ ਦੇ ਨਾਲ ਦੇ ਹੋਸਟਲ ਵੀ ਬਣਾਉਂਦੇ ਸੀ ਰਹਿਣ ਵਾਸਤੇ। ਜੀ ਤੇ ਉਹ ਜਾਣੀ ਵੱਡੀ ਤਾਂ ਗੱਲ ਆ ਵੀ ਜਿਸ ਤਰ੍ਹਾਂ ਸਮਾਜ ਜੁੜ ਕੇ ਜੀ ਉਹ ਬਹੁਜਨ ਇੱਕ ਅੰਦੋਲਨ ਬਣ ਲੱਗਾ, ਇਦਾਂ ਹੀ ਉਹਦਾ ਪ੍ਰਭਾਵ ਬੰਬਈ ਸਾਰੀ ਪ੍ਰੈਜ਼ੀਡੈਂਸੀ ਤੇ ਪੈਣ ਲੱਗਾ। ਇਹ ਵੀ ਸੁਣਿਆ ਗਿਆ ਕਿ ਉਹਨਾਂ ਨੇ ਤਾਂ ਜਾਨਵਰਾਂ ਲਈ ਵੀ ਹਸਪਤਾਲ ਜਿਹੜੇ ਆ। ਉਹ ਨਾਲ ਕਿਉਂਕਿ ਉਹ ਤਾਂ ਬਹੁਤ ਚਾਹੁੰਦੇ ਸੀਗੇ ਵੀ ਰੁੱਖ ਵੀ ਲਾਓ, ਜੀ ਜਿਹੜੇ ਰੁੱਖ ਵੀ ਉਹਨੇ ਕਿਹਾ ਵੀ ਰੁੱਖ ਵੀ ਨਾਲ ਲਾਓ ਔਰ ਜਾਨਵਰਾਂ ਦੀ ਵੀ ਦੇਖਭਾਲ ਕਰੋ, ਜੀ ਔਰ ਬਿਲਕੁਲ ਵਾਤਾਵਰਨ ਬਦਲ ਗਿਆ ਸੀ। ਜੀ ਅੱਛਾ, 26 ਜੁਲਾਈ 1902 ਨੂੰ ਉਹਨਾਂ ਨੇ ਪਛੜੇ ਵਰਗਾਂ ਵਾਸਤੇ ਰਾਖਵਾਂਕਰਨ ਲਾਗੂ ਕਰ ਦਿੱਤਾ। ਇਹ ਜਿਹੜੀ ਰਾਖਵੇਂਕਰਨ ਦੀ ਸ਼ੁਰੂਆਤ ਆ ਇਹ ਸ਼ਾਹੂ ਜੀ ਮਹਾਰਾਜ ਤੋਂ ਹੋਈ ਆ, ਇਹਦੇ ਤੇ ਜਰਾ ਚਾਨਣਾ ਪਾਓਗੇ? ਹੁਣ ਦੇਖੋ ਵੀ ਪਹਿਲਾਂ ਤਾਂ ਜਿਹੜੀ ਵਿੱਦਿਆ ਜਿਹੜੀ ਸਿੱਖਿਆ ਸੀਗੀ ਇਹ ਜਦ ਇਹਨਾਂ ਜਾਤੀਆਂ ਵਿੱਚ ਲਾਪੇ ਆਉਣ, ਜੀ ਔਰ ਉਹ ਜਦ ਪੜ੍ਹਦੇ ਆ ਤਾਂ ਬਾਅਦ ਦੇ ਵਿੱਚ ਉਹ ਬਿਊਰੋਕ੍ਰੇਸੀ 'ਚ ਵੀ ਉਹ ਨਹੀਂ ਆਉਣਾ, ਜੀ ਪਰ ਉਹ ਬ੍ਰਾਹਮਣ ਵਿਰੋਧ ਕਰ ਰਹੇ ਸੀ, ਜੀ ਕਿਉਂਕਿ ਉਹ ਤਾਂ ਆਪਣੇ ਜਾਣੀ ਮਤਲਬ ਆਪ ਹੀ ਆਪਣੇ ਗਾਂਹ ਬੱਚਿਆਂ ਨੂੰ ਪਟਵਾਰੀ ਅਧਿਆਪਕ ਹੋਰ ਜਿੰਨੇ ਵੀ ਅਹੁਦੇ ਸੀ ਜਦ ਉਹਨੇ ਰਿਟਾਇਰ ਹੁੰਦਾ ਉਹਨਾਂ ਨੂੰ ਲਾ ਦਿੰਦੇ ਸੀ। ਜੀ ਪਰ ਇਹ ਨਹੀਂ ਕਿਹਾ ਵੀ ਨਹੀਂ, ਵੀ ਇਹ ਜਿਹੜਾ ਕੋਲਹਾਪੁਰ ਹੈ ਸਾਰੇ ਲੋਕਾਂ ਦਾ ਹੈ, ਜੀ ਇਕੱਲੇ ਬ੍ਰਾਹਮਣਾਂ ਦਾ ਨਹੀਂ। ਜੀ ਉਹ ਜਿਸ ਵੇਲੇ ਇਦਾਂ ਦੀਆਂ ਗੱਲਾਂ ਕਰਨ ਲੱਗ ਗਏ ਤਾਂ ਉਹ ਬ੍ਰਾਹਮਣ ਤਾਂ ਵਿਰੋਧ ਕਰਦੇ ਸੀ, ਜੀ ਪਰ ਉਹ ਜਿਸ ਵੇਲੇ ਫਿਰ ਉਹਨੇ ਕਿਹਾ ਵੀ ਦੇਖੋ ਮੈਂ ਰਾਜਾ ਆ, ਮੈਨੂੰ ਕਰਨ ਦਾ ਹੱਕ ਹੈ, ਜੀ ਉਸ ਵੇਲੇ ਫਿਰ ਉਹ ਜਿਹੜਾ ਅੰਗਰੇਜ਼ ਉੱਥੇ ਗਵਰਨਰ ਸੀਗਾ ਮੁੰਬਈ 'ਚ, ਜੀ ਸਿਡਨਮ ਲਾਰਡ ਉਹਦਾ ਨਾਂ ਸੀ ਸਿਡਨਮ, ਉਹਨੂੰ ਜਾ ਕੇ ਉਹਨੇ ਕਿਹਾ ਵੀ ਤੂੰ ਕਰ ਸਕਦਾ, ਜੀ ਵੀ ਤੂੰ ਪੂਰਾ ਇਹਦਾ ਰੂਪ ਰੇਖਾ ਤਿਆਰ ਕਰ, ਜੀ ਵੀ ਤੂੰ ਕਰਨਾ ਕੀ ਚਾਹੁੰਦਾ। ਜੀ ਉਹਨੇ ਫਿਰ ਕਿਹਾ ਵੀ ਡੇਟ ਜਾਣੀ ਮਿਥ ਲੈ ਵੀ 26 ਜੁਲਾਈ 1902 ਨੂੰ ਜੀ ਵੀ ਇਹ ਮੈਂ ਜਿਹੜੇ ਰਾਖਵਾਂ ਕਰਨੇ ਆ ਹਰੇਕ ਜਗ੍ਹਾ ਤੇ ਜੀ ਵੀ 50% ਬੈਕਵਰਡ ਲੋਕਾਂ ਨੂੰ ਇੱਥੇ ਲਾਉਣਾ, ਜੀ
ਔਰ ਉਹਦੇ ਵਿੱਚ ਉਹਨੇ ਸ਼ੁਰੂਆਤ ਕੀਤੀ ਵੀ ਜਿਹੜੀ ਕੌਂਸਲ ਹੈ 50% ਤਾਂ ਬਹੁਤ ਆ। ਹਾਂ ਹਾਂ ਜੀ ਉਹਨੇ ਕਿਹਾ ਵੀ ਜਿਹੜੀ ਕੌਂਸਲ ਹੈ ਜਿਹੜੀ ਸਲਾਹਕਾਰ ਸੀਗੀ ਉਹਦੀ ਉਹ 'ਚ ਸਾਰੇ ਬ੍ਰਾਹਮਣ ਸੀ। ਜੀ ਉਹਦੇ ਵਿੱਚ ਜਾਣਾ ਉਹਨੇ ਕਿਹਾ ਵੀ ਉਹਦੇ ਵਿੱਚ ਵੀ 50% ਜਿਹੜੇ ਮਰਾਠੇ ਤੇ ਜਿਹੜੇ ਅਤੀਸ਼ੂਦਰਾ ਇਹ ਹੋਣਗੇ, ਜੀ ਕਿਸਾਨ ਵੀ ਹੋਣਗੇ, ਜੀ ਔਰ ਬਾਕੀ ਜਿੰਨੇ ਵੀ ਛੋਟੀ ਤੋਂ ਵੱਡੀ ਨੌਕਰੀ ਆ ਸਾਰਿਆਂ 'ਚ ਇਦਾਂ ਹੋ। ਜੀ ਉਹ ਜਿਸ ਵੇਲੇ ਇੰਨਾ ਕਿਹਾ ਉਹਨੇ ਕਿਹਾ ਵੀ ਇਹ ਤਾਂ ਬਹੁਤ ਵੱਡੀ ਕ੍ਰਾਂਤੀ ਆ ਜਾਣੀ ਹੈ। ਜੀ ਪਰ ਉਹਨੇ ਕਿਹਾ ਵੀ ਮੈਂ ਇਹ ਜਿਹੜੀ ਡੇਟ ਆ ਇਹ ਦੇਤੀ ਆ, ਇਹ ਇਸ ਡੇਟ ਨੂੰ ਇਹ ਲਾਗੂ ਹੋਣਾ। ਜੀ ਫਿਰ ਉਹ ਅੰਗਰੇਜ਼ਾਂ ਨੇ ਕਿਹਾ ਵੀ ਤੂੰ ਇਹਦਾ ਨੋਟਿਸ ਯਾਨੀ ਉਹ ਗਜ਼ਟ ਦੇ ਵਿੱਚ ਛਪਿਆ। ਜੀ ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਉਹ ਪਹਿਲੀ ਸਟੇਟ ਸੀ ਜਿਹਦੇ ਵਿੱਚ ਇਹ ਪਹਿਲਾਂ ਪ੍ਰਪੋਜ਼ਲ ਆਈ। ਜੀ ਉਹ ਜਾਣੀ ਛਪ ਗਿਆ ਤਾਂ ਫਿਰ ਵਿਰੋਧ ਵੀ ਲੱਗ ਪਿਆ ਹੋਣ, ਜੀ ਔਰ ਉਹ ਵਿਰੋਧ ਕਰਨ ਵਾਲਾ ਤਾਂ ਹੁਣ ਦੇਖੋ ਵੀ ਉਹ ਬਹੁਤ ਲੋਕ ਸੀ। ਜੀ ਪਰ ਜਦ ਅੰਗਰੇਜ਼ਾਂ ਨੇ ਕਹਿ ਦਿੱਤਾ ਵੀ ਤੂੰ ਕਰ ਸਕਦਾ, ਜੀ ਉਹ ਫਿਰ ਜਾਣੀ 26 ਜੁਲਾਈ 1902 ਨੂੰ ਉਹ ਲਾਗੂ ਹੋ ਗਿਆ। ਜਾਣੀ ਕਿ ਇੱਥੇ ਮੈਂ ਇਹ ਵੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੀ ਰਿਜ਼ਰਵੇਸ਼ਨ ਹੈਗੀ ਆ, ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਇਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹਨਾਂ ਨੂੰ ਅੱਗੇ ਨਹੀਂ ਕਿਉਂਕਿ ਪਹਿਲਾਂ ਇਦਾਂ ਹੋਇਆ ਹੀ ਨਹੀਂ ਸੀ। ਜੀ ਹਾਂਜੀ। ਅੱਛਾ, ਕਿਹੜੇ ਨੇਤਾਵਾਂ ਅਤੇ ਸੰਗਠਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਸਫਲ ਨਹੀਂ ਹੋਏ, ਇਹਦੇ ਬਾਰੇ ਦੱਸੋਗੇ? ਹੁਣ ਦੇਖੋ ਵੀ ਜਦ ਦਾ ਉਹਨੇ ਮਤਲਬ ਰਾਜਾ ਬਣਿਆ ਸੀ ਵਿਰੋਧ ਤਾਂ ਉਹਨਾਂ ਦਾ ਬਹੁਤ ਹੋ ਰਿਹਾ ਸੀ, ਜੀ ਪਰ ਇਹ ਜਿਹੜਾ ਉਹਨੇ ਬਣਾਇਆ ਕਾਨੂੰਨ ਜੀ ਇਹਦੇ ਨਾਲ ਬਹੁਤ ਜ਼ਿਆਦਾ ਵਿਰੋਧ ਹੋਇਆ। ਜੀ ਕਿਉਂਕਿ ਉਸ ਵੇਲੇ ਦੇਖੋ ਵੀ ਜਿਹੜੀ ਕਾਂਗਰਸ ਆ ਜੀ ਇਹ 1885 ਨੂੰ ਇਹਦਾ ਵੀ ਜਨਮ ਹੋ ਚੁੱਕਾ ਸੀ ਕਾਂਗਰਸ ਦਾ। ਜੀ ਔਰ ਉਹ ਦੇਖੋ ਬਣਾਈ ਮਿਸਟਰ ਹਿਊਮ ਨੇ ਸੀ ਤਾਂ ਕਬਜ਼ਾ ਕਰ ਲਿਆ ਬ੍ਰਾਹਮਣਾਂ। ਜੀ ਉਹ ਜਿਹੜਾ ਤਿਲਕ ਆ ਉਹ ਤਾਂ ਇੰਨਾ ਵਿਰੋਧ ਕਰਦਾ ਸੀ ਕਿਉਂਕਿ ਉਹਦੇ ਆਪਣਾ ਅਖਬਾਰ ਵੀ ਸੀ ਜੀ ਕੇਸਰੀ। ਜੀ ਉਹ ਤਾਂ ਲੋਕਾਂ ਨੂੰ ਇੰਨਾ ਭੜਕਾਉਂਦਾ ਸੀ ਔਰ ਉਹ ਕਹਿੰਦਾ ਵੀ ਜਿਹੜਾ ਰਾਜਾ ਹੈ ਇਕੱਲਾ ਸ਼ੂਦਰਾਂ ਦਾ ਹੀ ਰਾਜਾ ਹੈ, ਜੀ ਔਰ ਇਹ ਜਿੰਨੇ ਕੰਮ ਕਰ ਰਿਹਾ ਉਹਨ ਜਾਣੀ ਇੰਨੇ ਐਡੀਟੋਰੀਅਲ ਉਹ ਲਿਖਦਾ ਸੀ ਵੀ ਇਹ ਜਿਹੜੇ ਆਹ ਕਿਸਾਨਾਂ ਨੂੰ ਕੌਂਸਲ 'ਚ ਰੱਖਣਾ ਵੀ ਉਹਨਾਂ ਤੋਂ ਹਲ ਚਲਾਉਣਾ ਇੱਥੇ, ਜੀ ਵੀ ਇਹ ਤਾਂ ਸਾਡਾ ਕੰਮ ਹੈ। ਜੀ ਜਾਣੀ ਇੰਨਾ ਕੁਛ ਕੀਤਾ ਪਰ ਉਹ ਜਦ ਅੰਗਰੇਜ਼ ਵੀ ਸਾਥ ਦੇ ਰਹੇ ਸੀਗੇ ਪਰ ਉਹ ਫਿਰ ਕੋਈ ਪੇਸ਼ ਨਹੀਂ ਗਈ। ਜੀ ਫਿਰ ਪਰ ਦੂਸਰੇ ਪਾਸੇ ਜਿਹੜੀ ਉਹ ਮਤਲਬ ਜਿਹੜੇ ਲਹਿਰ ਤੋਂ ਪ੍ਰਭਾਵਿਤ ਸੀ ਜੀ ਸੱਤਿਆਸੋਧਕ ਸਮਾਜ ਤੋਂ, ਜੀ ਔਰ ਉੱਥੇ ਵੀ ਮੈਂ ਦੱਸਣਾ ਚਾਹੁੰਦਾ ਵੀ ਉਸ ਵੇਲੇ ਆਰੀਆ ਸਮਾਜ ਵੀ ਇੱਕ ਲਹਿਰ ਬਣ ਚੁੱਕੀ ਸੀ। ਜੀ ਉਹ ਵੀ ਦਇਆਨੰਦ ਜਿਹੜਾ ਗੁਜਰਾਤ ਦਾ ਹੀ ਸੀ, ਜੀ ਪਰ ਉਹ ਪੰਜਾਬ ਹੋਰ ਇਲਾਕਿਆਂ 'ਚ ਉਹਨਾਂ ਆਰੀਆ ਸਮਾਜ ਲਹਿਰ ਸ਼ੁਰੂ ਕੀਤੀ ਸੀ। ਜੀ ਉਹ ਵੀ ਵਿਰੋਧ ਕਰਦੇ ਸੀ। ਜੀ ਉਹ ਚਾਹੁੰਦੇ ਸੀਗੇ ਵੀ ਉਧਰ ਨੂੰ ਨਾ ਜਾਵੇ, ਸਾਡੇ ਵੱਲ ਆ ਜਾਵੇ। ਜੀ ਪਰ ਉਹ ਸ਼ਾਹੂ ਜੀ ਮਹਾਰਾਜ ਤਾਂ ਬਿਲਕੁਲ ਉਹ ਕਹਿੰਦੇ ਸੀ ਵੀ ਜਿਹੜਾ ਗ੍ਰੰਥਾਂ ਦੇ ਵਿੱਚ ਭੇਦ ਭਾਵ ਆ ਜੀ ਮੈਂ ਬਿਲਕੁਲ ਨਹੀਂ ਉਹਨਾਂ ਨੂੰ ਮੰਨਦਾ, ਜੀ ਕਿਉਂਕਿ ਆਰੀਆ ਸਮਾਜੀ ਕਹਿੰਦੇ ਜੀ ਵੀ ਜਿਹੜਾ ਵੇਦਾਂ 'ਚ ਹੀ ਸਭ ਕੁਝ ਹੈ। ਜੀ ਜੀ ਉਹਨਾਂ ਕਿਹਾ ਵੀ ਬਿਲਕੁਲ ਨਹੀਂ, ਜੀ ਵੀ ਮੈਂ ਸੱਤਿਆਸੋਧਕ ਸਮਾਜ ਜਿਹੜਾ ਆ ਜੀ ਇਹ ਤੋਂ ਮੈਂ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ। ਜੀ ਔਰ ਉਹ ਬਿਲਕੁਲ ਫਿਰ ਉਹ ਜਿਹੜਾ ਬਾਲ ਗੰਗਾਧਰ ਤਿਲਕ ਆ ਜੀ। ਉਹ ਵਿਰੋਧ ਕਰਦਾ ਰਿਹਾ। ਜੀ ਪਰ ਵੱਡੀ ਤਾਂ ਗੱਲ ਆ ਵੀ ਉਹ ਸ਼ਾਹੂ ਜੀ ਤਾਂ ਕਰਦੇ ਰਹੇ ਸਭ ਕੁਝ। ਮੇਰੇ ਹਿਸਾਬ ਦੇ ਨਾਲ ਜਿਹੜਾ ਗਣਪਤੀ ਬੱਪਾ ਮੋਰੀਆ ਇਹਦੀ ਕ੍ਰੀਏਸ਼ਨ ਵੀ ਉਹਨੇ ਉਦੋਂ ਕੇ ਕੀਤੀ ਆ। ਨਹੀਂ ਉਹ ਦੇਖੋ ਵੱਡੀ ਤਾਂ ਗੱਲ ਆ ਵੀ ਅੰਗਰੇਜ਼ ਵੀ ਬੜੇ ਹੈਰਾਨ ਹੁੰਦੇ ਸੀਗੇ ਵੀ ਜਿਹੜਾ ਸ਼ਾਹੂ ਜੀ ਮਹਾਰਾਜ ਸੀ ਇਹ ਤਾਂ ਹੈਰਾਨ ਹੁੰਦਾ ਸੀ ਵੀ ਜਿਹੜਾ ਪਟਵਾਰੀ ਆ, ਅਧਿਆਪਕ ਆ, ਤਹਿਸੀਲਦਾਰ ਇਹ ਤਾਂ ਪੜ੍ਹ ਕੇ ਲੱਗਦੇ ਆ, ਜੀ ਪਰ ਜਿਹੜੇ ਮੰਦਿਰ ਆ ਉੱਥੇ ਕੋਲਾਪੁਰ ਦੇ ਵਿੱਚ ਉਹ ਤਾਂ ਬ੍ਰਾਹਮਣਾਂ ਨੂੰ ਪੜ੍ਹਨ ਦੀ ਵੀ ਨਹੀਂ ਲੋੜ। ਜੀ ਉਹ ਬ੍ਰਾਹਮਣ ਜਿਹੜੇ ਪੁਜਾਰੀ ਸੀਗੇ ਉਹ ਜਿੰਨਾ ਧਨ ਦੌਲਤ ਸੀ ਚੜਾਵਾ ਆਪ ਖਾਂਦੇ ਸੀ, ਜੀ ਔਰ ਬਾਕੀ ਉਹ ਆਪਣੇ ਗਾਂ ਬੱਚੇ ਨੂੰ ਬਣਾਉਂਦੇ ਜੀ। ਸੀ, ਉਹ ਪੜ੍ਹਦੇ ਵੀ ਨਹੀਂ ਸੀ। ਜੀ ਫਿਰ ਬੜੀ ਤਾਂ ਗੱਲ ਆ ਵੀ ਉਹ ਜਿਹੜਾ ਸੱਤਿਆਸੋਧਕ ਸਮਾਜ ਆ ਉਹਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਇਹ ਹੈਗਾ ਆ ਵੀ ਤੁਸੀਂ ਆਪਣਾ ਕਲਿਆਣ ਆਪ ਕਰਨਾ। ਜੀ ਬਾਕੀ ਇਹ ਹੈਗੀ ਆ ਵੀ ਦੇਖੋ ਉਹਨੇ ਕਿਹਾ ਵੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇੱਕ ਈਸ਼ਵਰ ਨੂੰ ਮੰਨੋ, ਜੀ ਕਾਲਪਨਿਕ ਦੇਵੀ ਦੇਵਤਿਆਂ ਨੂੰ ਨਹੀਂ। ਜੀ ਪਰ ਇਹ ਜਿਹੜਾ ਦੇਖੋ ਵੀ ਬਾਲ ਗੰਗਾਧਰ ਤਿਲਕ ਹੈ ਇਹਨੇ ਉਸ ਟਾਈਮ ਤੇ ਆ ਜਿਹੜਾ ਗਣੇਸ਼ ਦੀ ਗੱਲ ਸ਼ੁਰੂ ਕਰ ਲਈ। ਜੀ ਉਹ ਜਿੰਨੇ ਵੀ ਉਹ ਸਮਾਗਮ ਕਰਦਾ ਸੀ ਤਾਂ ਉਹ ਸਟੇਜ ਤੇ ਗਣੇਸ਼ ਦਾ ਬੁੱਤ ਰੱਖਦਾ ਸੀ। ਜੀ ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ। ਨਹੀਂ, ਮੈਂ ਜਾਣ ਕੇ ਮੈਂਸ਼ਨ ਕੀਤਾ ਤਾਂ ਕਿ ਸਾਡੇ ਦਰਸ਼ਕਾਂ ਨੂੰ ਨਹੀਂ, ਨਹੀਂ, ਪਤਾ ਉਹ ਤਾਂ ਲੱਗੇ ਕਿ ਦੇਖੋ ਇਹਦੀ ਬੜੀ- ਕ੍ਰੀਏਸ਼ਨ ਕਿੱਥੋਂ ਹੋਈ ਹੈ। ਉਹਨੇ ਕੀਤੀ ਔਰ ਉਹ ਦੇਖ ਲੀਡਰ ਕਰਕੇ ਤਾਂ ਉਹ ਲੋਕ ਮੰਨਣ ਲੱਗ ਪਏ। ਜੀ ਉਹ ਪ੍ਰਚਾਰ ਵੀ ਜ਼ਿਆਦਾ ਕਰਦਾ ਸੀ। ਜੀ ਪਰ ਇਸ ਕਰਕੇ ਦੇਖੋ ਜਿਹੜੇ ਕਾਲਪਨਿਕ ਦੇਵੀ ਦੇਵਤੇ ਆ ਇਹ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਇਹ ਤਾਂ ਆਪੇ ਹੀ ਨਹੀਂ ਪੈਦਾ ਕੀਤੇ, ਜੀ ਔਰ ਮੰਦਿਰ ਫਿਰ ਬਾਅਦ ਚ ਬਣਾਏ ਜਾਣੇ ਔਰ ਲੋਕਾਂ ਤੋਂ ਚੜਾਵਾ ਲਈ ਜਾਣਾ। ਜੀ ਅੱਛਾ, ਸ਼ਾਹੂ ਜੀ ਮਹਾਰਾਜ ਦਾ ਸੰਪਰਕ ਡਾਕਟਰ ਭੀਮ ਰਾਓ ਅੰਬੇਡਕਰ ਨਾਲ ਕਦੋਂ ਹੋਇਆ, ਇਹਦੇ ਤੇ ਜਾਣਨਾ ਕਿਉਂਕਿ ਪਾਉਂਗੇ? ਜਿਸ ਵੇਲੇ ਜਿੰਨੀਆਂ ਵੀ ਉਹ ਮਦਦ ਕਰਦੇ ਸੀਗੇ ਜੀ ਪੜ੍ਹਾਈ ਦੇ ਵਾਸਤੇ ਉਹਨਾਂ ਦੇ ਕੋਲ ਸੂਚੀ ਹੁੰਦੀ ਸੀ।
ਜੀ ਵੀ ਇਹ ਜਿਹੜੇ ਬੱਚੇ ਇਹਨਾਂ ਜਾਤਾਂ ਦੇ ਆ ਵੀ ਇਹਨਾਂ ਨੂੰ ਮਦਦ ਦੀ ਲੋੜ ਆ। ਜੀ ਉਹਨਾਂ ਦੇ ਵਿੱਚ ਹੀ ਇਹ ਭੀਮ ਰਾਓ ਦਾ ਨਾਂ ਸੀ। ਜੀ ਤੁਸੀਂ ਦੇਖ ਲਓ ਵੀ ਉਹ ਤਾਂ ਬੰਬਈ 'ਚ ਰਹਿੰਦੇ ਸਨ। ਜੀ ਬੰਬਈ ਦੀ ਇੱਕ ਬਹੁਤ ਤੰਗ ਗਲੀ ਦੇ ਵਿੱਚ ਜੀ ਭੀਮ ਰਾਓ ਦਾ ਜਿਹੜਾ ਰਾਮਜੀ ਸੁਖਪਾਲ ਰਹਿੰਦਾ ਸੀ। ਜੀ ਉਹ ਸ਼ਾਹੂ ਜੀ ਮਹਾਰਾਜ ਉਹਨਾਂ ਨੂੰ ਵੀ ਜਾਣਦੇ ਸਨ, ਜੀ ਕਿਉਂਕਿ ਉਹਨਾਂ ਦੇ ਨਾਲ ਸੀ, ਔਰ 10 ਰੁਪਏ ਉਹ ਉਹਨਾਂ ਵਿਦਿਆਰਥੀਆਂ ਨੂੰ ਮਹੀਨੇ ਦੇ ਦਿੰਦੇ ਸਨ। ਜੀ ਔਰ ਜਾ ਕੇ ਉਹਨਾਂ ਦਾ ਹਾਲ ਚਾਲ ਵੀ ਪੁੱਛਦੇ ਸਨ ਵੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ, ਕਿੱਦਾਂ ਹੈਗਾ ਆ। ਜੀ ਔਰ ਕਈ ਵਾਰੀ ਉਹ ਜਾਣੀ ਉਹਨਾਂ ਦੇ ਤੰਗ ਗਲੀ ਦੇ ਵਿੱਚ ਉੱਥੇ ਗਏ ਸੀ। ਉਸ ਵੇਲੇ ਭੀਮ ਰਾਓ ਮਤਲਬ ਮੈਟ੍ਰਿਕ ਕਰ ਰਿਹਾ ਸੀਗਾ ਐਲਫਿੰਸਟਨ ਹਾਈ ਸਕੂਲ 'ਚ, ਜੀ ਔਰ ਉੱਤੋਂ ਹੀ ਉਹ ਵਾਕਿਫ ਸੀ। ਜੀ 1907 ਦੇ ਵਿੱਚ ਦੇਖੋ ਉਹਨੇ ਮੈਟ੍ਰਿਕ ਕੀਤੀ ਹੈ, ਫਿਰ ਉਸੇ ਕਾਲਜ ਤੋਂ ਉਹਨੇ 12 'ਚ BA ਕੀਤੀ ਹੈ। ਜੀ ਉੱਤੋਂ ਹੀ ਉਹਨਾਂ ਦਾ ਸੰਪਰਕ ਜਾਰੀ ਸੀ ਜੀ। ਔਰ ਜਾਰੀ ਰਿਹਾ ਹੈ। ਜੀ ਹਾਂਜੀ। ਅੱਛਾ, ਭੀਮ ਰਾਓ ਅੰਬੇਡਕਰ ਬਾਰੇ ਉਹਨਾਂ ਦੀ ਸੋਚ ਕਿਵੇਂ ਅੱਗੇ ਵਧਦੀ ਗਈ, ਇਹਦੇ ਤੇ ਥੋੜਾ ਜਿਹਾ ਚੱਲਣਾ ਪਊਗਾ। ਕਿਉਂਕਿ ਜਿਹੜੇ ਸ਼ਾਹੂ ਜੀ ਮਹਾਰਾਜ ਸੀ ਉਹ ਚਾਹੁੰਦੇ ਸਨ ਵੀ ਇਹ ਜਿਹੜੇ ਇਕੱਲੇ ਪੜ੍ਹਾਈ ਕਰਕੇ ਇਹਨਾਂ ਦਾ ਜਿਹੜਾ ਵਿਜ਼ਨ ਅੱਗੇ ਵਧੇ, ਜੀ ਇਹ ਜਾਣੀ ਇਹ ਨੌਕਰੀਆਂ 'ਚ ਹੀ ਨਾ ਫਸੇ ਰਹਿਣ, ਗਾਂ ਲੀਡਰ ਵੀ ਬਣ। ਜੀ ਉਹਨਾਂ ਨੂੰ ਉਦੋਂ ਹੀ ਲੱਗਦਾ ਸੀਗਾ ਵੀ ਇਹਦੇ ਵਿੱਚ ਗੁਣ ਹੈਗੇ ਆ। ਜੀ ਤੁਸੀਂ ਦੇਖੋ ਵੀ ਜਿਸ ਵੇਲੇ ਭੀਮ ਰਾਓ ਨੇ BA ਕਰਕੇ ਉਹ ਫੌਜ 'ਚ ਭਰਤੀ ਹੋ ਗਿਆ ਸੀ, ਜੀ ਜਿਹੜੀ ਬੜੌਦਾ ਦੀ ਫੌਜ ਸੀਗੀ, ਜੀ ਉਹਦੇ ਵਿੱਚ ਭਰਤੀ ਹੋ ਗਿਆ ਸੀ, ਤਾਂ ਉਹਨੇ ਫਿਰ ਉਹਨਾਂ ਦੇ ਨਾਲ ਸੰਪਰਕ ਕੀਤਾ ਵੀ ਹੁਣ ਫੌਜ 'ਚ ਹੀ ਰਹਿਣਾ। ਜੀ ਪਰ ਉਸ ਵੇਲੇ ਉਹ ਸੁਨਹਿਰੀ ਮੌਕਾ ਮਿਲਿਆ ਵੀ ਉਹ ਜਿਹੜਾ ਗਾਇਕਵਾੜ ਸੀਗਾ ਉਹਨੇ ਹੀ ਸਕੀਮ ਦੇ ਕੀਤੀ ਵੀ ਮੈਂ ਬਾਹਰ ਭੇਜਣੇ ਆ। ਜੀ ਇਹ ਫਿਰ ਬਾਹਰ ਅਮਰੀਕਾ 'ਚ ਪੜ੍ਹਨ ਗਏ। ਜੀ। ਉਹ ਫਿਰ ਬਹੁਤ ਖੁਸ਼ ਹੋਏ। ਜੀ ਉਹ ਅਮਰੀਕਾ 'ਚ ਵੀ ਜਿਹੜਾ ਪੜ੍ਹੇ ਨਾਲ ਉਹ ਉਹਨਾਂ ਦੇ ਨਾਲ ਕੋਰਸਪੋਂਡੈਂਸ ਕਰਦੇ ਰਹਿੰਦੇ ਸੀ। ਜੀ ਪਰ ਜੋ ਕੁਝ ਵੀ ਉਹ ਕਰਦੇ ਸੀ ਉਹਨਾਂ ਦਾ ਲਗਾਤਾਰ ਸੰਪਰਕ ਰਿਹਾ। ਜੀ ਅੱਛਾ, ਉਨੀ ਸਿੱਖਿਆ ਅਤੇ ਨਾਰੀ ਸੰਬੰਧੀ ਕਿਹੜੇ ਕਾਨੂੰਨ ਲਾਗੂ ਕੀਤੇ, ਇਹ ਸਾਡੇ ਦਰਸ਼ਕਾਂ ਨੂੰ ਦੱਸੋਗੇ? ਕਿਉਂਕਿ ਜਿੱਦਾਂ ਉਹਨੇ ਦੇਖੋ ਪਹਿਲਾਂ ਉਹ ਜਿਹੜਾ ਕਾਨੂੰਨ ਜਿਹੜਾ 26 ਜੁਲਾਈ 1902 ਨੂੰ ਉਹ ਤਾਂ ਰਾਖਵੇਂਕਰਨ ਬਾਰੇ, ਜੀ ਪਰ ਉਹਨੇ ਕੋਲਹਾਪੁਰ ਦੇ ਵਿੱਚ ਕਾਨੂੰਨ ਬਣਾਇਆ ਵੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਜੀ ਇਹ ਜਾਣੀ ਫ੍ਰੀ ਤੇ ਕੰਪਲਸਰੀ ਹੋਊਗੀ। ਜੀ ਜਾਣੀ ਇੱਦਾਂ ਕਿਤੇ ਨਹੀਂ ਸੀ। ਜੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਆਪਣੀ ਲੜਕੀ ਜਾਂ ਲੜਕੇ ਨੂੰ ਨਹੀਂ ਪੜਾਉਣਾ। ਜੀ ਉਹਨੇ ਕਿਹਾ ਵੀ ਕੋਲਹਾਪੁਰ ਦੇ ਵਿੱਚ ਇਹ ਕੰਪਲਸਰੀ ਹੈ ਔਰ ਫ੍ਰੀ ਹੈ। ਜੀ ਔਰ ਫਿਰ ਉਹਨੇ ਤੁਸੀਂ ਦੇਖੋ ਵੀ ਜਿਹੜੀ ਨਾਰੀ ਜਾਤੀ ਹੈ ਇਹਨੇ ਤਾਂ ਇਹ ਬਚਪਨ ਦੇ ਵਿੱਚ ਇਹਨਾਂ ਦੀਆਂ ਸ਼ਾਦੀਆਂ ਕਰ ਦਿੰਦੇ ਸੀ, ਜੀ ਔਰ ਫਿਰ ਉਹ ਬਾਅਦ ਦੇ ਵਿੱਚ ਜੇ ਵਿਧਵਾ ਹੋ ਜਾਣੀ ਹੈ ਤਾਂ ਉਹਨੂੰ ਵਿਆਹ ਵੀ ਨਹੀਂ ਸੀ ਕਰਾ ਸਕਦੀਆਂ। ਜੀ ਉਹ ਜਾਣੀ ਨਾਰੀ ਜਾਤੀ ਵਾਸਤੇ ਉਹਨੇ ਇਹ ਵੱਖਰਾ ਕਾਨੂੰਨ ਬਣਾਇਆ ਵੀ ਬਚਪਨ ਦੇ ਵਿੱਚ ਕੋਈ ਵਿਆਹ ਨਹੀਂ ਕਰਨਾ। ਜੀ ਫਿਰ ਉਹ ਜੇ ਵਿਧਵਾ ਵੀ ਹੋ ਜੇ ਉਹਨਾਂ ਬਾਰੇ ਵੀ ਉਹਨੂੰ ਕਾਨੂੰਨ ਬਣਾਇਆ। ਜੀ ਫਿਰ ਉਹ ਆਲੇ ਦੁਆਲੇ ਵੀ ਜਿਹੜੇ ਅੰਗਰੇਜ਼ ਸੀਗੇ ਉਹਨੇ ਹੋਰ ਵੀ ਕਾਨੂੰਨ ਬਣਾਏ, ਜਿੱਦਾਂ ਹੁਣ ਸਤੀ ਦੀ ਸੀਗੀ, ਜੀ ਉਹ ਵੀ ਨਾਰੀ ਜਾਤੀ ਨਾਲ ਸੰਬੰਧਿਤ ਸੀ। ਜੀ ਉਹ ਵੀ 1892 ਚ ਕਾਨੂੰਨ ਬਣਿਆ ਸੀ। ਜੀ ਪਰ ਇਹਨੀ ਮਤਲਬ ਉਹ ਜਿੰਨੇ ਕਾਨੂੰਨ ਬਣਾਏ, ਫਿਰ ਇਹਨੇ ਇੱਕ ਕਾਨੂੰਨ ਇਹ ਬਣਾਇਆ ਵੀ ਜਿਹੜੇ ਤੁਸੀਂ ਬਹੁਜਨ ਸਮਾਜ ਆ ਉੱਦਾਂ ਹੀ ਨਹੀਂ ਇਕੱਲਾ ਬਣਦਾ, ਜੀ ਤੁਸੀਂ ਇੰਟਰਕਾਸਟ ਮੈਰਿਜ ਵੀ ਕਰਾਓ। ਜੀ ਇਹ ਵੀ ਜਾਣੀ ਇਹਨੇ ਕਾਨੂੰਨ ਬਣਾਇਆ ਵੀ ਮੈਂ ਤੁਹਾਡੀ ਮਦਦ ਕਰਾਂਗਾ, ਤੁਸੀਂ ਇੱਕ ਦੂਜੇ ਜਾਤੀਆਂ 'ਚ ਵਿਆਹ ਕਰਾਓ ਜੀ ਤਾਂ ਕਿ ਬਹੁਜਨ ਸਮਾਜ ਜ਼ਿਆਦਾ ਜੁੜੇ ਹਾਂ। ਜੀ ਅੱਛਾ, ਕਾਂਗਰਸ ਅਤੇ ਹਿੰਦੂਤਵੀ ਨੇਤਾ ਉਹਨਾਂ ਨੂੰ ਮਾਰਗ ਤੋਂ ਅਲੱਗ ਕਰਨ ਵਿੱਚ ਅਸਫਲ ਹੋਏ, ਇਹਦੇ ਤੇ ਜਾਣਨਾ ਪਾਓ। ਕਿਉਂਕਿ ਜਿਸ ਵੇਲੇ ਉਹਨਾਂ ਦੀ ਮੂਵਮੈਂਟ ਚੱਲਦੀ ਰਹੀ, ਜਿਹੜੇ ਹੁਣ ਕਾਂਗਰਸ ਸੀਗੀ ਇਹ ਤਾਂ ਸਾਰੀ ਉੱਚੀ ਜਾਤੀ ਲੋਕ ਬ੍ਰਾਹਮਣਾਂ ਦਾ ਸੰਗਠਨ ਸੀ। ਜੀ ਪਰ ਉਹ ਇਦਾਂ ਸੀਗੀ ਵੀ ਜਿਹੜਾ ਬਾਲ ਗੰਗਾਧਰ ਤਿਲਕ ਸੀਗਾ ਜੀ ਉਹਦੇ ਉਹਨਾਂ ਨਾਲ ਦੇਖੋ ਵਿਰੋਧ ਕਰਦਾ ਕਰਕੇ ਬਹੁਤ ਉਹਨਾਂ ਦੇ ਵਿੱਚ ਪਾੜਾ ਸੀ। ਜੀ ਉਹ ਫਿਰ ਬਾਅਦ ਦੇ ਵਿੱਚ ਹੋਰ ਵੀ ਲੋਕ ਉਹਨਾਂ ਦੇ ਕੋਲ ਗਏ ਵੀ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਰੋਕੋ, ਜੀ ਵੀ ਜਾਂ ਤਾਂ ਇਹ ਕਾਂਗਰਸ ਦੇ ਸਮਰਥਕ ਬਣ ਜਾਣ ਜੀ ਜਾਂ ਕੋਈ ਮਤਲਬ ਸਾਡੇ ਵੱਲ ਆ ਜਾਣ। ਜੀ ਪਰ ਉਹ ਜੋਤੀਬਾ ਫੂਲੇ ਜਿਹੜੇ ਉਹ ਬਿਲਕੁਲ ਸੱਚੇ ਇਮਾਨਦਾਰ ਸਨ। ਜੀ ਉਹਨੇ ਕਿਹਾ ਕਿ ਮੈਂ ਇਕੱਲਾ ਮੈਂ ਇਹ ਜਿਹੜਾ ਬਹੁਜਨ ਸਮਾਜ ਆ ਇਹਨੂੰ ਭਵਿੱਖ ਦਾ ਜੀ ਮੈਂ ਚਾਹੁੰਦਾ ਵੀ ਇਹ ਭਵਿੱਖ ਦੇ ਰਾਜੇ ਬਣ, ਜੀ ਇਕੱਲੇ ਕੋਲਹਾਪੁਰ ਨਾ ਸਾਰੇ ਦੇਸ਼ ਦੇ ਬਣ। ਜੀ ਉਹਨਾਂ ਦੀ ਇਹ ਸੋਚ ਸੀ, ਜੀ। ਇਸ ਕਰਕੇ ਫਿਰ ਉਹ ਸਫਲ ਨਹੀਂ ਹੋਏ। ਜੀ ਹਾਂਜੀ। ਅੱਛਾ ਚੌਹਾਨ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲੋਂ ਅਗਲਾ ਕੁਐਸਚਨ ਪੁੱਛਾਂ, ਕੁਝ ਇੱਕ ਟੈਲੀਫੋਨ ਆਏ ਹਨ, ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ। ਬਲਦੇਵ ਰਾਜ ਰਾਲ, ਫੈਂਟੈਸਟਿਕ ਪ੍ਰੋਗਰਾਮ, ਕੀਪ ਇਟ ਅਪ, ਗੁੱਡ ਵਰਕ, ਥੈਂਕ ਯੂ ਵੈਰੀ ਮਚ। ਸੋਹਣ ਲਾਲ ਰੱਤੂ, ਕੰਗ੍ਰੈਚੁਲੇਸ਼ਨ ਟੂ ਚੌਹਾਨ ਫੈਮਿਲੀ ਤੇ ਝੱਲੀ ਫੈਮਿਲੀ, ਕੰਗ੍ਰੈਚੁਲੇਟ ਬਰਥਡੇ ਸ਼ਾਹੂ ਜੀ ਮਹਾਰਾਜ।
ਮਿੰਦੋ ਰਤੂ ਸ਼ਰਧਾਂਜਲੀਆਂ ਭੇਟ ਕਰਦੇ ਸੁਰਜੀਤ ਮਹੇ ਲਈ। ਧਰਮਚੰਦ ਮਹੇ ਐਕਸੀਲੈਂਟ ਪ੍ਰੋਗਰਾਮ ਸ਼ਰਧਾਂਜਲੀਆਂ ਸੁਰਜੀਤ ਮਹੇ ਲਈ। ਹੰਸਰਾਜ ਪਾਲੋ ਮਹਿਮੀ ਵਧਾਈਆਂ ਚੌਹਾਨ ਤੇ ਝੱਲੀ ਪਰਿਵਾਰ ਨੂੰ। ਸੋਹਣ ਲਾਲ ਸਾਂਪਲਾ ਜਰਮਨੀ ਤੋਂ ਵਿਜੇ ਕੁਮਾਰ ਵਿਰਦੀ ਝੱਲੀ ਅਤੇ ਚੌਹਾਨ ਪਰਿਵਾਰ ਨੂੰ ਵਧਾਈਆਂ। ਸਾਂਪਲਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ, ਜਰਮਨੀ 'ਚ ਤੁਸੀਂ ਕਦੀ ਵੀ ਸਾਡਾ ਪ੍ਰੋਗਰਾਮ ਮਿਸ ਨਹੀਂ ਕੀਤਾ, ਥੈਂਕ ਯੂ ਵੈਰੀ ਮੱਚ। LK ਚਾਂਦ ਇੱਕ ਹੋਰ ਸਾਡੇ ਸਾਥੀ ਆਏ ਆ ਬੈਡਫੋਰਡ ਤੋਂ, ਝੱਲੀ ਅਤੇ ਚੌਹਾਨ ਪਰਿਵਾਰ ਨੂੰ ਵਧਾਈਆਂ। ਚਾਂਦ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਪ੍ਰੋਗਰਾਮ ਕਦੀ ਮਿਸ ਨਹੀਂ ਕਰਦੇ। ਇਸ ਦੇ ਨਾਲ ਸਾਨੂੰ ਹੌਸਲਾ ਮਿਲਦਾ, ਜਿਹੜਾ ਪ੍ਰੋਗਰਾਮ ਅਸੀਂ ਵੀ ਫਿਰ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣੇ ਸਮਾਜ ਨੂੰ KL ਚਾਂਦ ਜਿਹੜੇ ਆ ਉਹਨਾਂ ਨੂੰ ਮੈਂ ਇਹ ਰਿਕੁਐਸਟ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਅਫਜ਼ਾਈ ਕਰਦੇ ਰਹੋ, ਤਾਂ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸਮਾਜ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਜਗਦੀਸ਼ ਦਾਦਰਾ ਤੇ ਸਮਿਤਰੀ ਦਾਦਰਾ, ਸੁਸ਼ੀਲ ਕੌਲ, ਮਮਤਾ, ਕੰਗ੍ਰੈਚੁਲੇਟ ਟੂ ਚੌਹਾਨ ਤੇ ਝੱਲੀ ਫੈਮਿਲੀ, ਥੈਂਕ ਯੂ ਵੈਰੀ ਮੱਚ। ਮੂਰਤੀ ਮੱਲ, ਹਰਭਜਨ ਕੌਰ ਮੱਲ, ਕੰਗ੍ਰੈਚੁਲੇਸ਼ਨ ਚੌਹਾਨ ਤੇ ਝੱਲੀ ਫੈਮਿਲੀ, ਫੈਂਟੈਸਟਿਕ ਪ੍ਰੋਗਰਾਮ। ਮੁਲਖਰਾਜ ਸ਼ੀਸ਼ ਬੱਦਨ, ਕੰਗ੍ਰੈਚੁਲੇਸ਼ਨ ਟੂ ਚੌਹਾਨ ਐਂਡ ਝੱਲੀ ਫੈਮਿਲੀ, ਕੰਗ੍ਰੈਚੁਲੇਟ ਝੱਲੀ ਜੀ। ਮਹਾਰਾਜ ਸ਼ਾਹੂ ਜੀ ਮਹਾਰਾਜ ਦੇ ਉੱਤੇ ਉਹਨਾਂ ਨੂੰ ਕੰਗ੍ਰੈਚੁਲੇਟ ਕਰਦੇ ਆ ਤੇ ਸੁਰਜੀਤ ਮਹੇ ਲਈ ਸ਼ਰਧਾਂਜਲੀ ਅਰਪਣ ਕਰਦੇ ਆ। ਦੀਵਾਨ ਮਹਿੰਦਰਾ, ਕੰਗ੍ਰੈਚੁਲੇਸ਼ਨਸ ਚੌਹਾਨ ਔਰ ਝੱਲੀ ਫੈਮਿਲੀ, ਥੈਂਕ ਯੂ ਵੈਰੀ ਮੱਚ। ਰਾਮ ਪ੍ਰਕਾਸ਼ ਮਮਨ ਸਾਡੇ ਅੰਕਲ ਜੀ ਨੇ, ਸੋ ਗੁੱਡ, ਨੋ ਵਰਡ ਫਾਰ ਪ੍ਰੋਗਰਾਮ, ਵੈਲ ਡਨ। ਤੁਹਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਦੇ ਨਾਲ ਹੀ ਅਸੀਂ ਇਹ ਜੋ ਹੈ ਆਪਣੀ ਵੱਲੋਂ ਕੋਸ਼ਿਸ਼ ਕਰਦੇ ਹਾਂ। ਜਦੋਂ ਤੁਹਾਡੇ ਵਰਗੇ ਬਜ਼ੁਰਗਾਂ ਦਾ ਸਿਰ 'ਤੇ ਹੱਥ ਹੁੰਦਾ, ਸਹਿਯੋਗ ਹੁੰਦਾ, ਅਸੀਂ ਤਾਂ ਤੁਹਾਡੇ ਕੋਲੋਂ ਹੀ ਇਹ ਕੁਝ ਸਿੱਖਿਆ ਹੈ, ਕਿਉਂਕਿ ਤੁਸੀਂ ਤਾਂ ਬਾਬਾ ਸਾਹਿਬ ਦੇ ਦਰਸ਼ਨ ਵੀ ਕਰ ਚੁੱਕੇ ਹੋ। ਅਸੀਂ ਤਾਂ ਤੁਹਾਡੇ ਕੋਲੋਂ ਗੱਲਾਂ ਸੁਣ ਕੇ ਹੀ ਸਾਨੂੰ ਪਤਾ ਲੱਗਦਾ ਕਿ ਬਾਬਾ ਸਾਹਿਬ ਦਾ ਸੁਭਾਅ ਕਿਸ ਤਰ੍ਹਾਂ ਸੀ, ਕੀ ਕਰਦੇ ਸੀ। ਰਾਮਪਾਲ ਝੱਲੀ, ਮਿੰਦੋ ਝੱਲੀ, ਕੰਗ੍ਰੈਚੁਲੇਸ਼ਨ ਝੱਲੀ, ਵੈਲ ਡਨ, ਗੁੱਡ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ। ਬਾਪੂ ਹੁਣਾਂ ਨੂੰ ਵੀ ਚੇਤਾ ਆ ਗਿਆ ਕਿ ਦੱਸ ਦੇਣ ਕਿ ਪ੍ਰੋਗਰਾਮ ਬਹੁਤ ਵਧੀਆ। ਪ੍ਰੇਮ ਚਮਕੀਲਾ, ਸ਼ਾਮ ਲਾਲ ਕੈਂਥ ਕੰਗ੍ਰੈਚੁਲੇਟ ਕਰਦੇ ਆ ਚੌਹਾਨ ਔਰ ਝੱਲੀ ਫੈਮਿਲੀ ਨੂੰ, ਥੈਂਕ ਯੂ। ਅਮਿਤਾਭ ਦਰਸ਼ਨ ਕੌਲਧਾਰ ਕੰਗ੍ਰੈਚੁਲੇਟ ਕਰਦੇ ਆ ਤੇ ਨਾਲ ਸੁਰਜੀਤ ਮਹੇ ਨੂੰ ਸ਼ਰਧਾਂਜਲੀ ਅਰਪਣ ਕਰਦੇ ਆ। ਅਸੀਂ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਜੇਕਰ ਤੁਸੀਂ ਇਸ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋਗੇ ਤਾਂ ਅਸੀਂ ਵੀ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿਹੜਾ ਸਾਡਾ ਬਹੁਜਨ ਸਮਾਜ ਹੈ, ਜਿਹੜੇ ਸਾਡੇ ਬਹੁਜਨ ਨਾਇਕ ਹਨ, ਉਹਨਾਂ ਨੇ ਸਾਡੇ ਲਈ ਅੱਜ ਤੱਕ ਕੀ ਕੀਤਾ ਹੈ। ਕਿਉਂਕਿ ਜਿਹੜਾ ਮਨੂਵਾਦੀ ਮੀਡੀਆ ਹੈ, ਉਹਨਾਂ ਨੇ ਤਾਂ ਸਾਨੂੰ ਸਾਡੇ ਜਿਹੜੇ ਨਾਇਕ ਨੇ ਉਹਨਾਂ ਬਾਰੇ ਦੱਸਣਾ ਨਹੀਂ, ਜੇ ਦੱਸਣਾ ਤਾਂ ਗਲਤ ਮਲਤ ਕਰਕੇ ਦੱਸਣਾ। ਇਸ ਕਰਕੇ ਸਾਡੀ ਖੁਦ ਜ਼ਿੰਮੇਵਾਰੀ ਬਣਦੀ ਆ। ਲੋਟਸ ਟੈਲੀਵਿਜ਼ਨ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਕਿ ਉਹ ਜਿਹੜੀ ਹਿਸਟਰੀ ਆ, ਜਿਹੜੀ ਸਾਡੇ ਮਹਾਂਪੁਰਸ਼ਾਂ ਦੀ ਹਿਸਟਰੀ ਆ, ਉਹਨਾਂ ਨੂੰ ਤੁਹਾਡੇ ਅੱਗੇ ਪੇਸ਼ ਕੀਤਾ ਜਾਵੇ। ਹਾਂ ਚੌਹਾਨ ਸਾਹਿਬ, ਮੇਰਾ ਅਗਲਾ ਕੁਐਸਚਨ ਹੈ, ਸ਼ਾਹੂ ਜੀ ਮਹਾਰਾਜ ਨੇ ਡਾਕਟਰ ਅੰਬੇਡਕਰ ਨੂੰ ਕਿਵੇਂ ਸਮਰਥਨ ਦਿੱਤਾ? ਬਹੁਜਨ ਸਮਾਜ ਨੂੰ ਉਹਨਾਂ ਨੂੰ ਆਪਣਾ ਆਗੂ ਸਵੀਕਾਰ ਕਰਨ ਲਈ ਕਿਹਾ। ਇਹ ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਤੋੜੇਗਾ। ਉਹਨਾਂ ਨੇ ਜੋ ਲੋਕਾਂ ਆ ਉਹਨਾਂ ਨੂੰ ਇਹ ਗੱਲ ਕਹੀ, ਇਹਦੇ ਤੇ ਥੋੜ੍ਹਾ ਜਿਹਾ ਚਾਨਣਾ ਪਾਓਗੇ? ਕਿਉਂਕਿ ਜਿਸ ਤਰ੍ਹਾਂ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਮਰਥਨ ਕਰਦੇ ਸੀਗੇ ਜੀ, ਕਿਉਂਕਿ ਹਰੇਕ ਜਗ੍ਹਾ ਉਹ ਸਮਰਥਨ ਕਰਦੇ ਸੀ ਜੀ, ਕਿਉਂਕਿ ਇਹ ਬਹੁਤ ਦੱਸਣਾ ਜ਼ਰੂਰੀ ਆ ਵੀ ਜਿਹੜੀ ਕਾਂਗਰਸ ਆ, ਕਾਂਗਰਸ ਦੇ ਵਿੱਚ ਵੀ ਇਹ ਗੱਲ ਚੱਲ ਪਈ ਸੀ ਵੀ ਇਹਨਾਂ ਲੋਕਾਂ ਲਈ ਕੁਝ ਕਰਨਾ ਪੈਣਾ ਜੀ। ਔਰ 1917 ਦੇ ਵਿੱਚ ਕਾਂਗਰਸ ਨੇ ਇਜਲਾਸ ਦੇ ਵਿੱਚ ਸਿਰਫ ਇੰਨਾ ਹੀ ਕਿਹਾ ਸੀਗਾ ਵੀ ਇਹ ਜਿਹੜੇ ਲੋਕ ਆ ਵੀ ਡਿਪਰੈਸਡ ਕਲਾਸਿਸ ਆ, ਇਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਜੀ, ਪਰ ਕਰਨਾ ਕੁਛ ਨਹੀਂ, ਗੱਲਾਂ ਹੀ ਕਰਨੀਆਂ। ਹਾਂ,
ਜੀ ਪਰ ਉਹ ਜਿਸ ਵੇਲੇ ਸ਼ਾਹੂ ਜੀ ਮਹਾਰਾਜ ਦੀ ਬਾਬਾ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਜੀ ਤਾਂ ਉਹਨੇ ਮਤਲਬ ਕਿਹਾ ਵੀ ਦੇਖੋ ਵੀ ਇਹ ਜਿਹੜੀ ਜਿਉਂ ਅੱਗੇ ਮੂਵਮੈਂਟ ਚੱਲ ਰਹੀ ਹੈ ਜੀ ਵੀ ਇਹਨਾਂ ਕੋਲ ਤਾਂ ਅਖਬਾਰਾਂ ਹੈ। ਜੀ ਹੁਣ ਉਹ ਜਿਹੜੀ ਕੇਸਰੀ ਅਖਬਾਰ ਸੀਗੀ ਉਹ ਤਿਲਕ ਦੀ ਅਖਬਾਰ ਸੀ ਗੰਗਾਧਰ ਤਿਲਕ ਹਾਂ। ਦੀ, ਹਾਂਜੀ ਤੇ ਬਾਕੀ ਕਾਂਗਰਸ ਦੇ ਜਿਹੜੀ ਉਹਨਾਂ ਦੀਆਂ ਆਪਣੀਆਂ ਹੋਰ ਵੀ ਅਖਬਾਰਾਂ ਸੀਗੀਆਂ, ਅੰਗਰੇਜ਼ੀ ਦੀਆਂ ਵੀ ਸੀ। ਜੀ ਉਹਨੇ ਕਿਹਾ ਵੀ ਸਾਨੂੰ ਅਖਬਾਰ ਦੀ ਲੋੜ ਹੈ, ਜੀ ਜਾਣੀ ਸ਼ਾਹੂ ਜੀ ਮਹਾਰਾਜ ਨੂੰ ਦੱਸਿਆ। ਬਾਬਾ ਸਾਹਿਬ ਨੇ ਕਿਹਾ ਹਾਂ। ਸ਼ਾਹੂ ਜੀ ਮਹਾਰਾਜ ਉਹਨੇ ਕਿਹਾ ਵੀ ਜ਼ਰੂਰ ਮਤਲਬ ਕੱਢੋ ਤੁਸੀਂ ਅਖਬਾਰ। ਜੀ ਉਹ ਤੁਸੀਂ ਦੇਖ ਲਓ ਵੀ ਜਿਹੜਾ ਮੂਕ ਨਾਇਕ ਆ ਜੀ ਉਹ 1920 ਦੇ ਵਿੱਚ ਜਾਣੀ ਮਤਲਬ ਹੈ ਉਹ ਨਿਕਲਣਾ ਸ਼ੁਰੂ ਹੋਇਆ ਜੀ ਔਰ ਉਹ 15 ਦਿਨ ਬਾਅਦ ਉਹ ਛਪਦਾ ਸੀਗਾ, ਜੀ। ਮਰਾਠੀ ਦੇ ਵਿੱਚ ਹੀ ਸੀਗਾ ਜੀ ਤੇ ਉਹਦੇ ਬਾਰੇ ਬਹੁਤ ਮਿਹਨਤ ਕਰਨੀ ਪੈਂਦੀ ਸੀ। ਜੀ ਪਰ ਉਹ ਜਿਸ ਤਰ੍ਹਾਂ ਤਿਲਕ ਜਿਹੜਾ ਸੀਗਾ ਉਹ ਬਹੁਤ ਵਿਰੋਧ ਕਰਦਾ ਸੀ। ਜੀ ਉਹ ਕਹਿੰਦਾ ਸੀ ਵੀ ਅੱਗੇ ਤਾਂ ਇਹ ਲੋਕ ਉਦਾਂ ਹੀ ਦੱਸਦੇ ਸੀ ਵੀ ਹੁਣ ਤਾਂ ਅਖਬਾਰ ਵੀ ਨਹੀਂ ਕੱਢ ਲਿਆ। ਜੀ ਪਰ ਤੁਸੀਂ ਦੇਖੋ ਵੀ ਉਹ ਬੰਦਾ ਇੰਨਾ ਉਹ ਗਲਤ ਸੀਗਾ ਵੀ ਬਾਬਾ ਸਾਹਿਬ ਨੇ ਜਾਨੀ ਕੁਝ ਬੰਦਿਆਂ ਨੂੰ ਭੇਜਿਆ ਵੀ ਤੂੰ ਸਾਡੀ ਐਡਵਰਟਾਈਜ਼ਮੈਂਟ ਛਾਪ ਦੇ, ਜੀ ਵੀ ਅਸੀਂ ਪੈਸੇ ਵੀ ਦਿੰਨੇ ਤੈਨੂੰ। ਜੀ ਉਹਨੂੰ ਕਿਹਾ ਵੀ ਦੇਖੋ ਜਿਹੜੀ ਐਡਵਰਟਾਈਜ਼ਮੈਂਟ ਤਾਂ ਛਾਪਣੀ ਚਾਹੀਦੀ ਹੈ, ਜੀ ਮੈਂ ਬਿਲਕੁਲ ਨਹੀਂ ਇਹ ਛਾਪ ਸਕਦਾ ਜੀ ਵੀ ਤੁਹਾਡਾ ਰਾਸਤਾ ਅਲੱਗ ਹੈ, ਜੀ ਤੁਸੀਂ ਤਾਂ ਬਿਲਕੁਲ ਜਾਨੀ ਤੁਹਾਡੀ ਸੰਸਕ੍ਰਿਤੀ ਹੋ ਰਿਹਾ, ਜੀ ਹੁਣ ਬਿਲਕੁਲ ਨਹੀਂ ਛਾਪਿਆ। ਜੀ ਔਰ ਛਪਦਾ ਰਿਹਾ। ਜੀ ਪਰ ਇੱਥੇ ਬਹੁਤ ਦੱਸਣਾ ਜ਼ਰੂਰੀ ਆ ਵੀ ਜਿਹੜਾ ਉਹ ਬਾਲ ਗੰਗਾਧਰ ਤਿਲਕ ਸੀ ਜਿਹੜੀ ਉਹਦੀ ਵਿਚਾਰਧਾਰਾ ਬਹੁਤ ਕੱਟੜ ਸੀ। ਜੀ ਉਹ ਇਹ ਹੈਰਾਨ ਸੀ ਵੀ ਲੋਕ ਕਿੱਦਾਂ ਅੱਗੇ ਵਧ ਰਹੇ ਆ, ਜੀ ਵੀ ਇਹ ਜਿਹੜਾ ਡਾਕਟਰ ਅੰਬੇਡਕਰ ਆ ਵੀ ਕਿਤੇ ਫਿਊਚਰ ਦਾ ਲੀਡਰ ਨਾ ਬਣ ਜਾਵੇ, ਜੀ ਇਸ ਕਰਕੇ ਉਹ ਵਿਰੋਧ ਕਰਦਾ ਸੀ। ਜੀ ਪਰ ਉਹ ਹੁਣ ਤੱਕ ਜਿੱਦਾਂ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਵੀ ਇਹ ਜਿਹੜੇ ਅੰਗਰੇਜ਼ ਜਿਹੜੇ ਗਏ ਸੀ ਉੱਥੇ ਇਹਨੇ ਇਹ ਵੀ ਸਾਰਾ ਕੁਝ ਸੈਂਸਸ ਦੇ ਵਿੱਚ ਦੱਸਿਆ ਸੀਗਾ ਵੀ ਉਹ ਇਹਨਾਂ ਜਾਤੀਆਂ ਨੂੰ ਹਿੰਦੂ ਧਰਮ ਲਿਖਣ ਲੱਗ ਪਏ ਸੀ। ਜੀ ਉਹ ਤਿਲਕ ਇਹਦਾ ਵੀ ਵਿਰੋਧ ਕਰਦਾ ਸੀ। ਜੀ ਉਹ ਕਹਿੰਦਾ ਹੈ ਵੀ ਅਸੀਂ ਹਿੰਦੂ ਤਵੇ ਹਾਂ, ਜੀ ਜਿਹੜੀ ਹੁਣ ਅੱਜ ਇਹ ਲੋਕ ਰੌਲਾ ਪਾਉਂਦੇ ਆ। ਜੀ ਉਹ ਸਾਬਰਕਰ ਵੀ ਉਹਦੇ ਨਾਲ ਰਲ ਗਿਆ। ਜੀ ਉਹ ਕਹਿੰਦੇ ਵੀ ਜਿਹੜਾ ਹਿੰਦੂ ਤਵੇ ਆ ਵੀ ਇਹ ਹੀ ਲਾਗੂ ਹੋਣਾ ਚਾਹੀਦਾ, ਜੀ ਵੀ ਅਸੀਂ ਜੋ ਕੁਝ ਕਰਨਾ ਅਸੀਂ ਜੋ ਕਿ ਇਹਨਾਂ ਲਈ ਕਰਾਂਗੇ। ਜੀ ਪਰ ਉਦੋਂ ਫਿਰ ਇਹ ਗੱਲ ਗਾਂਧੀ ਨੇ ਵੀ ਜਿਹੜਾ ਫਿਰ ਤਿਲਕ ਦੀ ਮੌਤ ਹੋ ਗਈ ਜੀ ਤੇ ਉਹ ਇੱਕਦਮ ਗਾਂਧੀ ਲੀਡਰ ਬਣ ਗਿਆ। ਜੀ ਪਰ ਉਹ ਗਾਂਧੀ ਨੇ ਵੀ ਇੱਕ ਆਰਟੀਕਲ ਲਿਖਿਆ ਸੀ ਅਖਬਾਰਾਂ ਦੇ ਵਿੱਚ, ਉਸ ਵੇਲੇ ਉਹ ਆਪਣੇ ਸਮਾਜ ਨੂੰ ਪੰਚਮ ਵਰਗ ਲਿਖਦਾ ਸੀ। ਜੀ ਉਹ ਕਹਿੰਦਾ ਵੀ ਜਿਹੜਾ ਪੰਚਮ ਵਰਗ ਆ ਵੀ ਇਹਨਾਂ ਦੀਆਂ ਵੀ ਕੁਝ ਤਕਲੀਫਾਂ ਹੈਗੀਆਂ, ਪਰ ਨਾਲ ਹੀ ਉਹਨੇ ਲਿਖਿਆ ਵੀ ਇਹਨਾਂ ਕੋਲ ਲੀਡਰ ਕੋਈ ਨਹੀਂ, ਜੀ ਵੀ ਲੀਡਰ ਰਹਿਤ ਆ। ਜੀ ਇਹਦਾ ਮਤਲਬ ਹੈ ਅਸੀਂ ਲੀਡਰ ਆ ਵੀ ਅਸੀਂ ਜੋ ਸਾਨੂੰ ਹੀ ਕਹਿਣ। ਜੀ ਪਰ ਉਸ ਵੇਲੇ ਜਿਹੜਾ ਸ਼ਾਹੂ ਜੀ ਮਹਾਰਾਜ ਸੀ ਇਹ ਵੀ ਬਹੁਤ ਵੱਡੇ ਵੱਡੇ ਸੰਮੇਲਨ ਕਰਦੇ ਸੀ। ਜੀ ਜਾਣੀ ਇਹ ਨਹੀਂ ਫਿਰ ਇੱਕ ਬਹੁਤ ਵੱਡੇ ਸੰਮੇਲਨ ਦੇ ਵਿੱਚ ਇਹ ਜਿਹੜੀ ਮਰਾਠਾ ਜਾਤੀਆਂ ਜੀ ਇਹਨਾਂ ਨੂੰ ਵੀ ਇਹੀ ਕਿਹਾ, ਔਰ ਬਾਕੀ ਜਿਹੜੇ ਹੁਣ ਅੱਜ ਦੇ ਸ਼ਡਿਊਲਡ ਕਾਸਟ ਆ ਇਹਨਾਂ ਸਾਰਿਆਂ ਨੂੰ ਇਹ ਕਿਹਾ ਵੀ ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲਾ ਪੈਦਾ ਹੋ ਗਿਆ। ਜੀ ਇਹਦੇ ਵਿੱਚ ਸਾਰੇ ਹੀ ਗਾਉਣੇ ਆ। ਜੀ ਫਿਰ ਨਾਲੇ ਤੁਸੀਂ ਦੇਖੋ ਵੀ ਬਾਬਾ ਸਾਹਿਬ ਨੇ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਮੈਂ ਪੜ੍ਹਾਈ ਜਿਹੜੀ ਛੱਡ ਕੇ 1916 ਦੇ ਵਿੱਚ ਮੈਂ ਆਇਆ ਜੀ ਵੀ ਮੁੜ ਕੇ ਮੈਂ ਲੰਡਨ ਜਾਣਾ ਚਾਹੁੰਦਾ। ਜੀ ਉਹਨੇ ਕਿਹਾ ਵੀ ਜਦ ਵੀ ਤੂੰ ਚਾਹੁੰਦਾ ਹੋਊਗਾ ਮੈਂ ਤੇਰੀ ਮਦਦ ਕਰੂੰਗਾ। ਜੀ ਔਰ ਨਾਲੇ ਉਹਨੇ ਤੁਸੀਂ ਦੇਖ ਲਓ ਵੀ ਸ਼ਾਹੂ ਜੀ ਮਹਾਰਾਜ ਨੇ ਕਹਿ ਦਿੱਤਾ ਵੀ ਬਿਲਕੁਲ ਕਾਂਗਰਸ 'ਚ ਨਾ ਜਾਓ, ਜੀ ਘਬਰਾਓ ਨਾ, ਜੀ ਤੁਹਾਡਾ ਲੀਡਰ ਪੈਦਾ ਹੋ ਗਿਆ, ਜੀ ਪਰ ਤੁਸੀਂ ਇਹ 'ਤੇ ਚੱਲੋ ਜੀ ਤਾਂ ਹੁਣ ਬਿਲਕੁਲ ਠੀਕ ਹੈ। ਜੀ। ਯਾਨੀ ਉਹਨੇ ਦੱਸ ਦਿੱਤਾ ਸੀ ਵੀ ਤੁਹਾਡਾ ਲੀਡਰ ਇਹ ਹੈ। ਜੀ ਅੱਛਾ 6 ਮਈ 1922 ਨੂੰ ਸ਼ਾਹੂ ਜੀ ਮਹਾਰਾਜ ਦਾ ਪਰਿਨਿਰਵਾਣ ਹੋ ਗਿਆ। ਉਸ ਵਕਤ ਬਹੁਜਨ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ? ਦੇਖੋ ਇਹ ਜਿਹੜੀ ਮੌਤ ਹੈ ਇਹ ਤਾਂ ਬਿਲਕੁਲ ਨਹੀਂ ਪਤਾ ਵੀ ਕਿਸ ਵੇਲੇ ਆ ਜਾਣੀ ਆ। ਜੀ ਦੇਖੋ ਉਹਨੇ ਪੇਪਰ ਵੀ ਸ਼ੁਰੂ ਕਰਾ ਕੇ ਦਿੱਤਾ ਸੀ ਮੂਕ ਨਾਇਕ। ਜੀ ਬਾਬਾ ਸਾਹਿਬ ਨੇ ਕਈ ਬੰਦਿਆਂ ਨੂੰ ਉਹ ਜੌਬ ਦਿੱਤੀ ਵੀ ਤੁਸੀਂ ਚਲਾਓ, ਜੀ। ਔਰ ਨਾਲੇ ਉਹਨੇ ਕਿਹਾ ਸੀਗਾ ਵੀ ਮੈਂ ਲੰਡਨ ਪੜ੍ਹਨ ਆਉਣਾ, ਜੀ ਉਹ ਪੜ੍ਹਨ ਵੀ ਆਏ ਸੀ ਜੀ ਕਿਉਂਕਿ ਗ੍ਰੇਜ਼ ਇਨ ਤਾਂ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਉਹ ਪੜ੍ਹਦੇ ਸਨ। ਜੀ ਤਾਂ ਅਚਾਨਕ ਜਾਣੀ ਉਹਨਾਂ ਨੂੰ ਤਾਰ ਮਿਲੀ ਵੀ ਉਹਨਾਂ ਦੀ ਮੌਤ ਹੋ ਗਈ। ਜੀ ਔਰ ਉਸ ਵੇਲੇ ਤੁਸੀਂ ਦੇਖੋ ਵੀ ਜਿਹੜਾ ਉੱਥੇ ਸਾਰੇ ਜੋ ਕੁਝ ਸੀ ਸਾਰਾ ਮੂਵਮੈਂਟ ਦਾ ਕੰਮ ਉਹ ਬਾਬਾ ਸਾਹਿਬ ਤੇ ਪੈ ਗਿਆ। ਜੀ ਔਰ ਉਹਨੀ ਮਤਲਬ ਬਾਬਾ ਸਾਹਿਬ ਫਿਰ ਇੱਥੋਂ ਮੁੜ ਕੇ ਇੰਡੀਆ ਚਲੇ ਗਏ। ਉਹਨਾਂ ਨਹੀਂ ਉਹ ਦੇ ਫਿਊਨਲ ਤੇ ਗਏ ਪਰ funeral ਦੀ ਗੱਲ ਕਰਦਾ, ਹਾਂ। ਫਿਊਨਲ ਤੇ ਗਏ ਪਰ ਮੁੜ ਕੇ ਫਿਰ ਪੜ੍ਹਾਈ ਕੀਤੀ ਹੈ ਨਾ ਆ ਕੇ, ਜੀ ਕਿਉਂਕਿ ਉਹਨੇ ਉਹ ਭਾਰਤ ਲਾ ਵੀ ਕੀਤੀ, ਡਾਕਟਰੇਟ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਕਰਕੇ ਜੀ। ਫਿਰ ਉਹ ਜਾ ਕੇ ਜਾਣੀ ਉਹਨੇ ਜੋ ਕੁਝ ਜਾਣੀ ਤੁਸੀਂ ਦੇਖੋ ਵੀ ਬਾਬਾ ਸਾਹਿਬ ਨੇ ਇਹ ਜਿਹੜੀ ਕਲਚਰ ਰਿਵੋਲਟ ਆ ਜੀ
ਪਹਿਲਾਂ ਉਹਨੇ ਜੋਤੀਬਾ ਭੋਸਲੇ ਤੋਂ ਪ੍ਰੇਰਣਾ ਲਈ, ਫਿਰ ਇਹਨਾਂ ਤੋਂ ਪ੍ਰੇਰਣਾ ਲਈ ਜੀ ਔਰ ਪੂਰੀ ਤਰ੍ਹਾਂ ਉਹ ਜਾਣੀ ਪ੍ਰੇਰਿਤ ਹੋ ਕੇ ਉਹਨੇ ਤਾਂ ਫਿਰ ਦੇਖੋ ਆਪਣਾ ਜੀਵਨ ਹੀ ਅਰਪਣ ਕੀਤਾ ਹੋਇਆ ਸੀ। ਜੀ ਇਸ ਕਰਕੇ ਜਿਹੜੀ ਮੂਵਮੈਂਟ ਆ ਉਹਦੇ ਉਸ ਵੇਲੇ ਬਾਬਾ ਸਾਹਿਬ ਸਾਰੇ ਸੀਗੇ। ਅੱਛਾ, ਡਾਕਟਰ ਅੰਬੇਡਕਰ ਨੇ ਕਿਵੇਂ ਉਹਨਾਂ ਦੀ ਵਿਚਾਰਧਾਰਾ ਨੂੰ ਬਹੁਜਨ ਸਮਾਜ ਅੰਦੋਲਨ ਵਿੱਚ ਅੱਗੇ ਵਧਾਇਆ, ਇਹਦੇ ਤੇ ਜਾਣਨਾ ਪਾਓਗੇ? ਪੜ੍ਹ ਲਓ। ਅੱਛਾ, ਤਰਸੇਮ ਕੌਲ ਗੁਰਦੇਵੋ, ਕੰਗ੍ਰੈਚੁਲੇਸ਼ਨ ਟੂ ਚੱਲੀ ਐਂਡ ਚੌਹਾਨ ਫੈਮਿਲੀ, ਕੰਗ੍ਰੈਚੁਲੇਸ਼ਨ ਸ਼ਾਹੂ ਜੀ ਮਹਾਰਾਜ ਦੇ ਜਨਮ ਦਿਨ ਦੀ, ਤੇ ਸ਼ਰਧਾਂਜਲੀਆਂ ਸੁਰਜੀਤ ਮਹੇ ਨੂੰ। ਹਰਮੇਸ਼ ਸਤਿਆ ਜਸਲ, ਕੰਗ੍ਰੈਚੁਲੇਟ ਟੂ ਚੱਲੀ ਚੌਹਾਨ ਫੈਮਿਲੀ, ਕੰਗ੍ਰੈਚੁਲੇਸ਼ਨ ਟੂ ਸ਼ਾਹੂ ਜੀ ਮਹਾਰਾਜ। ਹਰਮੇਸ਼ ਦਾਦਰਾ, ਮੀਨਾ ਦਾਦਰਾ, ਕੰਗ੍ਰੈਚੁਲੇਸ਼ਨ ਟੂ ਚੌਹਾਨ ਐਂਡ ਚੱਲੀ ਫੈਮਿਲੀ, ਵੈਰੀ ਗੁੱਡ ਪ੍ਰੋਗਰਾਮ। Joginderpal Clare, Birmingham, thank you for this excellent program. Congratulations, Chauhan and Challi family. Hari Chawla, Gurpreet Bansi, you are best. Congratulations to Chauhan Challi program. Congratulations to Shahuji Maharaj birthday. Balram Sidhu, excellent program. Congratulations to Challi and Chauhan family. Thank you very much. ਮੇਰੇ ਕੋਲ ਘੜੀ ਉਧਰ ਕੰਮ ਨਹੀਂ ਕਰਦੀ ਕਰਕੇ ਪਤਾ ਨਹੀਂ ਕਿ ਕਿਤਨਾ ਕੁ ਟਾਈਮ ਰਹਿੰਦਾ। ਹਾਂ, ਡਾਕਟਰ ਅੰਬੇਡਕਰ ਨੇ ਕਿਵੇਂ ਉਹਨਾਂ ਦੀ ਵਿਚਾਰਧਾਰਾ ਨੂੰ ਬਹੁਜਨ ਸਮਾਜ ਅੰਦੋਲਨ ਵਿੱਚ ਅੱਗੇ ਵਧਾਇਆ, ਚਾਨਣਾ ਪਾਓ। ਕਿਉਂਕਿ ਜਿਹੜੀ ਉਹਨਾਂ ਨੂੰ ਪ੍ਰੇਰਣਾ ਮਿਲੀ ਸੀ ਉਹਨਾਂ ਤੋਂ ਜੀ, ਉਹਨੂੰ ਲਾਗੂ ਕਰਨ ਦੇ ਲਈ ਸੰਗਠਨ ਦੀ ਲੋੜ ਸੀ ਜੀ। ਉਹਨੇ ਫਿਰ ਜਿਹੜਾ ਡਿਪਰੈਸਡ ਕਲਾਸ ਇੰਸਟੀਚਿਊਟ ਬਣਾਇਆ ਜੀ 1925 ਦੇ ਵਿੱਚ। ਜੀ ਤੁਸੀਂ ਦੇਖੋ ਉਹਦੇ ਵਿੱਚ ਉਹਨੇ ਸਾਰੀ ਰੂਪਰੇਖਾ ਲਿਖੀ ਜੀ ਵੀ ਜੋ ਕੁਝ ਕੋਲਾਪੁਰ ਦੇ ਵਿੱਚ ਹੋਇਆ, ਜੀ ਬਿਊਰੋਕਰੈਟਿਕ ਚੇਂਜ ਆਈ ਹੈ, ਜੀ ਸੋਸ਼ਲ ਕਲਚਰਲ ਚੇਂਜ ਆਈ ਹੈ ਜੋਤੀਬਾ ਫੂਲੇ ਦੇ ਜ਼ਰੀਏ, ਜੀ। ਇਹਨੂੰ ਮੈਂ ਅਮਲ ਵਿੱਚ ਲਿਆਵਾਂਗਾ। ਜੀ ਔਰ ਬਹੁਤ ਖੁਸ਼ੀ ਦੀ ਗੱਲ ਆ ਵੀ ਜਿਹੜੇ ਬ੍ਰਿਟਿਸ਼ ਸੀਗੇ ਜੀ ਉਹਨਾਂ ਦੀ ਉਹ ਗੱਲ ਸੁਣਦੇ ਸੀ। ਜੀ ਉਹਨੇ ਕਿਹਾ ਵੀ ਦੇਸ਼ ਦਾ ਕਲਿਆਣ ਹੀ ਇੱਦਾਂ ਹੋਣਾ, ਜੀ ਕਿਉਂਕਿ ਜੋ ਕੁਝ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਗਾਂਹ ਕੀਤਾ ਉਸ ਇੰਸਟੀਚਿਊਟ ਦੇ ਰਾਹੀਂ ਜੋ ਕੁਝ ਵੀ ਹੋਇਆ ਉਹ ਪ੍ਰੇਰਣਾ ਜੋਤੀਬਾ ਫੂਲੇ ਅਤੇ ਸ਼ਾਹੂ ਜੀ ਮਹਾਰਾਜ ਤੋਂ ਲੈ ਕੇ ਕੀਤਾ। ਚੌਹਾਨ ਸਾਹਿਬ, ਥੈਂਕ ਯੂ ਵੈਰੀ ਮੱਚ, ਕਿਉਂਕਿ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਸਪਾਂਸਰ ਵੀ ਕੀਤਾ, ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਸੀਂ ਤੁਹਾਡੇ ਕੋਲ ਇਤਨਾ ਗਿਆਨ ਹੈ ਕਿ ਉਸ ਗਿਆਨ ਨੂੰ ਤੁਸੀਂ ਆਪਣੇ ਸਮਾਜ ਨੂੰ ਦੱਸਣ ਲਈ ਇੱਕ ਦਾਨ ਦੇ ਤੌਰ ਤੇ ਵਰਤਦੇ ਹੋ। ਮੇਰੇ ਪਾਸ ਲਫ਼ਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਆਪਣਾ ਜਿਹੜਾ ਟਾਈਮ ਆ ਉਹ ਸਮਾਪਤ ਹੋ ਗਿਆ। ਫੇਰ ਕਿਤੇ ਮੌਕਾ ਮਿਲਿਆ ਤਾਂ, ਕਿਉਂਕਿ ਮੇਰੇ ਪਾਸ ਇੰਨਾ ਵਕਤ ਹੁੰਦਾ ਨਹੀਂ, ਪਰ ਤੁਹਾਡੇ ਪਾਸ ਵਕਤ ਹੈ। ਮੈਂ ਚਾਹਾਂਗਾ ਕਿ ਇਹੋ ਜਿਹਾ ਪ੍ਰੋਗਰਾਮ ਸਮਾਜ ਨੂੰ, ਲੋਟਸ ਟੈਲੀਵਿਜ਼ਨ ਨੂੰ ਤੁਸੀਂ ਦਿੰਦੇ ਰਹੋ। ਨਮੋ ਬੁੱਧਾ, ਜੈ ਭੀਮ।